ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਰਹਿਮਤ ਹੋਈ ਹੈ। ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਮਾਈ ਭਾਈ ਜੋ ਗੁਰੂ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਕਥਾ ਰੂਪ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਅੰਸ਼ ਵੰਸ਼ 12ਵੀਂ ਪੀੜ੍ਹੀ ਵਿੱਚੋਂ ਪੈਦਾ ਹੋਏ ਗੁਰਮੁਖ ਪਿਆਰੇ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਇਤਿਹਾਸਕ ਗ੍ਰੰਥ ਹੈ, ਜਿਸ ਦੀ ਲੜੀਵਾਰ ਆਪਾਂ ਕਥਾ ਜੋ ਹੈ ਕੁਝ ਸਮੇਂ ਤੋਂ ਆਨੰਦ ਮਾਣ ਰਹੇ ਹਾਂ। ਦੂਜੇ ਮਹੱਲੇ ਦੀ ਕਥਾ ਆਰੰਭ ਹੋਈ ਹੈ। ਕੱਲ ਪਹਿਲੇ ਘਰ ਦੇ ਪ੍ਰਸੰਗ ਗੁਰੂ ਅੰਗਦ ਦੇ ਪਾਤਸ਼ਾਹ ਦਾ ਜੀਵਨ ਤੇ ਫਿਰ ਦੂਸਰੇ ਘਰ ਦੇ 24 ਬੰਦਾਂ ਤੱਕ ਕੱਲ ਆਪਾਂ ਲਗਭਗ ਕਥਾ ਜੋ ਹੈ ਸਰਵਣ ਕੀਤੀ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਜੋ ਨਿਤ ਜੀਵਨ ਦੀ ਕਿਰਿਆ ਹੈ ਉਹ ਮਹਾਰਾਜ ਕਿਵੇਂ ਬਤੀਤ ਕਰਕੇ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਹੈ। ਦੂਰ ਦੁਰਾਡੇ ਤੱਕ ਖਬਰਾਂ ਪਹੁੰਚੀਆਂ ਹਨ ਤੋਂ ਪਰ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਉਹ ਵੀ ਪਹੁੰਚੇ ਹੈ। ਭਾਈ ਬਾਲਾ ਸੰਧੂ ਜੀ ਉਹ ਵੀ ਨਗਰ ਤਲਵੰਡੀ ਜੋ ਸ੍ਰੀ ਨਨਕਾਣਾ ਸਾਹਿਬ ਉੱਥੋਂ ਚੱਲ ਕਰਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਰੋਜ਼ ਸਾਖੀਆਂ ਸੁਣਾਉਂਦੇ ਨੇ ਤੇ ਭਾਈ ਪੈੜਾ ਮੋਖਾ ਲਿਖਦਾ ਹੈ ਔਰ ਮਹਾਰਾਜ ਆਪ ਪ੍ਰੇਮ ਸਤਿਕਾਰ ਨਾਲ ਸਿੱਖ ਸੰਗਤਾਂ ਸਮੇਤ ਗੁਰੂ ਪਾਤਸ਼ਾਹ ਜੀ ਦੀਆਂ ਜਿਹੜੇ ਜੀਵਨ ਪ੍ਰਸੰਗ ਸਾਖੀਆਂ ਹਨ ਉਹ ਸਰਵਣ ਕਰਦੇ ਹੈ। ਤੇ ਹੋਰ ਵੀ ਸੰਗਤਾਂ ਜਿਹਨੂੰ ਵੀ ਪਤਾ ਲੱਗਦਾ ਹੈ ਕਿ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਹੀ ਜੋ ਦੂਜਾ ਰੂਪ ਹੈ ਉਹ ਪ੍ਰਗਟ ਹੋ ਗਏ ਨੇ, ਬਹੁਤ ਦੂਰੋਂ ਸੰਗਤਾਂ ਆਉਂਦੀਆਂ ਹੈ ਤੇ ਗੁਰਮੁਖੋ ਜੋਗੀਆਂ ਨੂੰ ਵੀ ਪਤਾ ਲੱਗਿਆ
ਉਹਨਾਂ ਨੇ ਵੀ ਇਹ ਜੋਗੀ ਜਿਹੜੇ ਨੇ 6ਵੇਂ ਪਾਤਸ਼ਾਹ ਮਹਾਰਾਜ ਤੱਕ ਕਿਉਂ ਪਰਖ ਕਰਨ ਵਾਸਤੇ ਆਉਂਦੇ ਰਹੇ ਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ ਅੱਗੇ ਸਭ ਰਾਜੇ ਰਾਣੇ ਪੀਰ ਫਕੀਰ ਸਭ ਨਿਭ ਗਏ। ਦੇਖੀਏ ਜੋ ਉਹਨਾਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ, ਉਹ ਵਾਕਈ ਉਹੀ ਰੂਪ ਨੇ, ਤਾਕਤ ਰੱਖਦੇ ਐ। ਇਉਂ ਪਰਖ ਲਈ ਹੀ ਗੁਰੂ ਸਾਹਿਬ ਜੀ ਦੇ ਕੋਲ ਪਹੁੰਚੇ ਐ, ਜਿਨ੍ਹਾਂ ਵਿੱਚ ਮੁਖੀ ਗੋਰਖ ਨਾਥ ਹੈ, ਚਰਪਟ ਇਤਿਆਦਿਕ ਹੋਰ ਜਿੰਨੇ ਵੀ ਹਨ। ਸਤਿਗੁਰੂ ਨੇ ਸਤਿਕਾਰ ਨਾਲ ਪ੍ਰੇਮ ਨਾਲ ਸਭ ਨੂੰ ਬਿਠਾਇਆ ਹੈ ਤੇ ਮਹਾਰਾਜ ਨੂੰ ਬੇਨਤੀ ਰੂਪ ਵਿੱਚ ਹੀ ਪ੍ਰਸ਼ਨ ਕਰਦੇ ਨੇ ਕਿ ਅਸੀਂ ਕੁਝ ਪ੍ਰਸ਼ਨ ਕਰਦੇ ਹਾਂ। ਯੋਗ ਦਾ ਮਹੱਤਵ ਜਿਹੜਾ ਅਸੀਂ ਤਾਂ ਇਹ ਸਮਝਦੇ ਹਾਂ ਸਭ ਤੋਂ ਜ਼ਿਆਦਾ ਹੈ। ਬਿਨਾਂ ਯੋਗ ਤੋਂ ਆਤਮਿਕ ਗਿਆਨ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਤੁਸੀਂ ਆਪਣੇ ਰੂਪ ਵਿੱਚ ਮੰਤਰ ਦਿੰਦੇ ਹੋ। ਕਲਯੁਗ ਵਿੱਚ ਹੁਣ ਤੁਸੀਂ ਗੁਰੂ ਕਹਾ ਰਹੇ ਹੋ ਤੇ ਸਾਨੂੰ ਫਿਰ ਕੁਝ ਸਵਾਲਾਂ ਦੇ ਉੱਤਰ ਦੇਵੋ। ਮਹਾਰਾਜ ਨੂੰ ਉਹਨਾਂ ਸਵਾਲ ਕੀਤੇ ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੇ ਹੀ ਰੂਪ ਵਿੱਚ ਮਹਾਰਾਜ ਨੇ ਉਸੇ ਭਾਵ ਵਿੱਚ ਹੀ ਉਹਨਾਂ ਨੂੰ ਉੱਤਰ ਦਿੱਤੇ ਹੈ। ਆਓ ਪ੍ਰੇਮ ਸਤਿਕਾਰ ਸਹਿਤ ਅੱਗੇ ਕਥਾ ਜੋ ਹੈ, ਕਿਹੜੇ ਉਹ ਸਵਾਲ ਕਰਦੇ, ਕਿਵੇਂ ਮਹਾਰਾਜ ਉੱਤਰ ਦੇ ਰਹੇ ਨੇ, ਪ੍ਰੇਮ ਸਤਿਕਾਰ ਨਾਲ ਅਗਲੀ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਾਥ ਤਬ ਬੋਲਿਓ ਜੋਗ ਓਜ ਝੱਕ ਝੋਲਿਓ ਨਿਜ। ਗੋਰਖਨਾਥ ਫਿਰ ਉਸ ਸਮੇਂ ਬੋਲਿਆ ਹੈ, ਆਪਣੇ ਜੋਗ ਦੀ ਤਾਕਤ ਜਿਹੜੀ ਹੈ ਉਹ ਆਪਣੇ ਵੱਲੋਂ ਓਜ ਝੱਕ ਝੋਲਿਓ ਨਿਜ, ਆਪਣੇ ਨਿਜ ਦਾ ਜਿਹੜਾ ਜ਼ੋਰ ਜਿਹਾ ਲਾ ਕੇ ਯੋਗ ਦਾ ਬਾਰੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੈ। ਕੇਤੇ ਚੱਕਰ ਭੇਦੇ ਕੇਤੇ ਪੰਖਰੀ ਹੈ ਤਾਹੇ ਕੀ। ਕਹਿੰਦਾ ਮਹਾਰਾਜ ਇਹ ਦੱਸੋ ਵੀ ਜੀਵ ਦੇਹੀ ਅੰਦਰ ਕੇਤੇ ਚੱਕਰ ਭੇਦੇ ਕੇਤੇ ਪੰਖਰੀ ਹੈ ਤਾਹੇ ਕੀ। ਕਿੰਨੇ ਇਹਦੇ ਵਿੱਚ ਚੱਕਰ ਭੇਦ ਨੇ ਤੇ ਕਿੰਨੀਆਂ ਉਹਨਾਂ ਚੱਕਰਾਂ ਦੀਆਂ ਵੱਖ-ਵੱਖ, ਜਿਵੇਂ ਜੋਗੀਆਂ ਨੇ 6 ਚੱਕਰ ਮੁੱਖ ਮੰਨੇ ਐ ਤੇ ਉਹਨਾਂ ਦੀਆਂ ਅੱਗੇ ਪੰਖੜੀਆਂ ਮੰਨਦੇ ਨੇ। ਇਹ ਦੱਸੋ ਕਿ ਕਿੰਨੇ ਹਨ ਜੋ ਚੱਕਰ ਭੇਦਦੇ ਹਨ ਤੇ ਕਿੰਨੀਆਂ ਉਹਨਾਂ ਦੀਆਂ ਪੰਖੜੀਆਂ, ਭਾਵ ਜਿਵੇਂ ਕਿਸੇ ਪੱਤੇ ਹੁੰਦੇ ਨੇ ਨਾ, ਪੰਖੜੀ ਦਾ ਭਾਵ ਹੁੰਦਾ ਉਹ ਕਿੰਨੇ ਇਹਨਾਂ ਨੂੰ ਪੰਖੜੀਆਂ ਕਿੰਨੀਆਂ ਹਨ। ਦੇਹੀ ਕੇਤੀ ਪੌਨ ਤ੍ਰਿਪਤਾਵੈ ਧਾਰ ਕੌਣ। ਫਿਰ ਇਹ ਦੱਸੋ ਵੀ ਇਹ ਸਰੀਰ ਇਹਦੇ ਵਿੱਚ ਕਿੰਨੇ ਤਰ੍ਹਾਂ ਦੀ ਪੌਣ ਹੈ। ਜਿਵੇਂ 10 ਤਰ੍ਹਾਂ ਦੀ ਪੌਣ ਮੰਨੀ ਹੈ ਜੋਗੀਆਂ ਨੇ। ਤ੍ਰਿਪਤਾਵੈ ਧਾਰ ਕੌਣ, ਕਿਹੜੀ ਐਸੀ ਧਾਰਾ ਜਿਹੜੀ ਅੰਦਰ ਚੱਲਦੀ ਹੈ ਜਿਹਦੇ ਨਾਲ ਇਹ ਅੰਦਰੋਂ ਤ੍ਰਿਪਤਦਾ ਹੈ, ਭਾਵ ਉਹ ਜੋ ਅੰਦਰੋਂ ਰਜਾਉਂਦੀ ਹੈ। ਔਰ ਪੰਜ ਤਤ ਕਹੋ ਜੋ ਰਖੀਕ ਪੰਜ ਜਾਹੇ ਕੀ। ਫਿਰ ਮਹਾਰਾਜ 5 ਤੱਤ ਵੀ ਦੱਸੋ ਕਿਹੜੇ ਐ ਤੇ ਉਹਨਾਂ ਪੰਜਾਂ ਦੀਆਂ ਕਿਹੜੀਆਂ-ਕਿਹੜੀਆਂ ਰਖੀਕ ਇੰਦਰੀਆਂ ਨੇ। 5 ਤੱਤ ਨੇ, 5 ਤੱਤਾਂ ਦੀਆਂ ਵੱਖਰੀਆਂ-ਵੱਖਰੀਆਂ ਜਿਹੜੀਆਂ 5 ਗਿਆਨ ਇੰਦਰੀਆਂ ਹਨ। ਗੁਣ ਔ ਸੁਭਾਏ ਸਭ ਤਤਨ ਕੇ ਕਹੋ ਅਬ। ਫਿਰ ਮਹਾਰਾਜ ਜਿਹੜੇ ਤੱਤ ਨੇ ਉਹਨਾਂ ਦੇ ਗੁਣ ਤੇ ਸੁਭਾਅ ਵੀ ਦੱਸੋ, ਜਿਨ੍ਹਾਂ ਨੂੰ ਪ੍ਰਕਿਰਤੀ ਕਹਿ ਦਿੰਦੇ। ਇੱਕ ਤੱਤ ਦੀਆਂ 5 ਨੇ ਤੇ ਇਹਨਾਂ ਨੂੰ ਫਿਰ 25 ਪ੍ਰਕਿਰਤੀਆਂ ਕਿਹਾ ਗ੍ਰੰਥਾਂ ਵਿੱਚ। ਉਹ ਵੀ ਜਿਹੜਾ ਹੈ ਕਿ ਪਹਿਲਾਂ 5 ਤੱਤ ਦੱਸੋ, ਰਖੀਕ 5 ਜਾਹੇ, ਫਿਰ ਉਹਨਾਂ ਦੀਆਂ ਜਿਹੜੀਆਂ 5 ਗਿਆਨ ਇੰਦਰੀਆਂ, ਕਿਹੜੇ ਤੱਤ ਦੀ ਕਿਹੜੀ ਇੰਦਰਾ ਹੈ ਉਹ ਦੱਸੋ। ਗੁਣ ਉਹ ਸੁਭਾਏ ਸਭ ਤੱਤਨ ਕੋ ਕਹੋ ਅਬ। ਫਿਰ ਜਿਹੜੇ ਤੱਤ ਨੇ ਉਹਨਾਂ ਦਾ ਗੁਣ ਤੇ ਸੁਭਾਅ, ਵੀ ਜਿਹੜਾ ਤੱਤ ਹੈ ਉਹਦਾ ਅੱਗੇ ਜਿਵੇਂ ਇੰਦਰਾ ਹੋ ਗਿਆ ਕਿਹੜਾ, ਫਿਰ ਉਹਦਾ ਗੁਣ ਕੀ ਹੈ, ਜਿਵੇਂ ਉਹਨਾਂ ਨੂੰ ਉਹ ਵੀ 5 ਕਹੇ ਨੇ। ਫਿਰ ਅੱਗੇ ਸੁਭਾਅ 25 ਪ੍ਰਕਿਰਤੀਆਂ ਜੋ
ਉਹ ਸਾਰੀਆਂ ਤੱਤਾਂ ਦੀਆਂ ਦੱਸੋ ਜੀ। ਪ੍ਰਿਥਕ ਪ੍ਰਿਥਕ ਬਿਦ ਸਬੈ ਦੇਹ ਮਾਹੇ ਕੀ। ਤੇ ਪ੍ਰਿਥਕ ਪ੍ਰਿਥਕ ਬਿਦ ਜਿਹੜੀਆਂ ਵੱਖਰੀਆਂ ਵੱਖਰੀਆਂ ਸਾਰਾ ਕੁਝ ਜੋ ਦੇਹੀ ਵਿੱਚ ਹੈ। ਉੱਤਰ ਬਤਾਵੋ ਤੋ ਗੁਰੂ ਕਹਿ ਲਾਵੋ ਤੁਮ। ਸਾਨੂੰ ਇਹਨਾਂ ਦਾ ਉੱਤਰ ਦੇਵੋ, ਫੇਰ ਅਸੀਂ ਵੀ ਤੁਹਾਨੂੰ ਮੰਨਾਂਗੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਤੁਸੀਂ ਵੀ ਪੂਰਨ ਗੁਰੂ ਹੋ। ਫਿਰ ਸਾਤੋਂ ਵੀ ਤੁਸੀਂ ਗੁਰੂ ਕਹਿਲਾਵੋ, ਭਾਵ ਅਸੀਂ ਵੀ ਤੁਹਾਨੂੰ ਗੁਰੂ ਕਹਾਂਗੇ। ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ। ਨਹੀਂ ਦੱਸ ਸਕਦੇ, ਫਿਰ ਕਹਿੰਦੇ ਨਾ ਤੋ ਉਪਦੇਸ਼ ਲੀਜੈ, ਨਹੀਂ ਫਿਰ ਸਾਡਾ ਉਪਦੇਸ਼ ਲੈ ਲਓ। ਜੋਗੀ ਬਣ ਜੋ ਤਜੋ ਮਤ ਕਾਹੇ ਕੀ। ਜਿਹੜੀ ਹੋਰ ਮਤ ਹੈ ਕਿਸੇ ਵੀ ਤਰ੍ਹਾਂ ਦਾ ਉਹ ਤੁਸੀਂ ਛੱਡ ਦੇਵੋ। ਸ੍ਰੀ ਮੁਖ ਵਾਕ। ਤਾਂ ਭਾਈ ਸੁਹਾਏ ਮਾਨ ਮੁਖ ਤੋਂ ਸਤਿਗੁਰਾਂ ਨੇ ਫਿਰ ਬਚਨ ਕਹੇ ਜੋ ਗੁਰਬਾਣੀ ਦੇ ਵਿੱਚ ਹਨ। ਸ਼ਲੋਕ ਮਹੱਲਾ ਦੂਜਾ। ਜੋ ਦੂਸਰੇ ਪਾਤਸ਼ਾਹ ਜੀ ਨੇ ਫਿਰ ਇਹ ਸ਼ਲੋਕ ਉਚਾਰ ਕੇ ਕਿਹਾ ਵੀ ਸਾਨੂੰ ਕਹਿੰਦੇ ਹੋ ਤੁਸੀਂ ਉਪਦੇਸ਼ ਲੈ ਲਓ। ਉਹ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਲੈ ਲਿਆ, ਉਹਨਾਂ ਨੂੰ ਭਲਾ ਕੋਈ ਹੈ ਦੁਨੀਆ ਦੀ ਪਾਵਰ ਜਿਹੜੀ ਉਪਦੇਸ਼ ਦੇ ਸਕੇ। ਇਸ ਕਰਕੇ ਫਿਰ ਉਹ ਮਹਾਰਾਜ ਨੇ ਸ਼ਲੋਕ ਉਚਾਰਿਆ ਹੈ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ। ਤੈਨ ਕੋ ਕਿਆ ਉਪਦੇਸੀਐ ਜੈਨ ਗੁਰ ਨਾਨਕ ਦੇਵ। ਇਹ ਦੋਵੇਂ ਪੰਕਤੀਆਂ ਦੇ ਅਰਥ ਜਿਹੜੇ ਨੇ ਉਹ ਅਨਵੇ ਸਹਿਤ ਹੋਣੇ ਆ। ਜਿਵੇਂ ਪਹਿਲਾਂ ਦੂਜੀ ਪੰਕਤੀ ਦੇ ਜਿਹੜਾ ਪਿਛਲਾ ਮੱਧ ਤੋਂ ਬਾਅਦ ਜਿਨ ਗੁਰ ਨਾਨਕ ਦੇਵ, ਭਾਈ ਜਿਨ੍ਹਾਂ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਹੈ, ਜਿਨ੍ਹਾਂ ਨੇ ਗੁਰੂ ਮਹਾਰਾਜ ਗੁਰੂ ਨਾਨਕ ਨੂੰ ਗੁਰੂ ਧਾਰਨ ਕਰ ਲਿਆ ਹੈ, ਗੁਰੂ ਨਾਨਕ ਦੇ ਘਰ ਨਾਲ ਜੁੜ ਗਏ, ਤਾਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹਨੂੰ ਉਪਦੇਸ਼ ਦੇਤਾ ਤਾਂ ਫਿਰ ਲਿਖਿਆ ਦੀਖਿਆ ਆਪ ਬੁਝਾਇਆ। ਜਿਨ੍ਹਾਂ ਨੇ ਭਾਈ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪ ਸਿੱਖੀ ਦੀ ਦੀਕਸ਼ਾ ਦੇ ਕਰਕੇ ਦੀਖਿਆ ਆਖ ਬੁਝਾਇਆ, ਉਹਨੂੰ ਕਹਿ ਕੇ ਸਮਝਾ ਦਿੱਤਾ ਉਪਦੇਸ਼। ਕਿਹੜਾ ਸਿਫਤੀ ਸੱਚ ਸਮੇਉ, ਪਰਮੇਸ਼ਰ ਦੀਆਂ ਸਿਫਤਾਂ ਤੇ ਸੱਚ ਦੇ ਵਿੱਚ ਉਹ ਫਿਰ ਜਿਹੜਾ ਜੀਵ ਹੈ ਜਿਹਨੇ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਉਪਦੇਸ਼ ਲੈ ਲਿਆ, ਜਗਿਆਸੂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਉਪਦੇਸ਼ ਭਾਵ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਤੋਂ ਉਪਦੇਸ਼। ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਪ੍ਰਾਪਤ ਹੋ ਗਿਆ, ਉਹਨੂੰ ਫਿਰ ਹੋਰ ਕਿਸੇ ਮਤ ਦਾ ਉਪਦੇਸ਼ ਕੀ ਲੋੜ ਹੈ। ਭਾਵ ਬਾਕੀ ਸਭ ਉਪਦੇਸ਼ ਥੱਲੇ ਹੈ। ਭਲਾ ਉਹ ਜਿਹਨੂੰ ਗੁਰੂ ਨਾਨਕ ਘਰ ਦਾ ਉਪਦੇਸ਼ ਮਿਲ ਜੇ ਉਹਨੂੰ ਹੋਰ ਕੀ ਕੋਈ ਉਪਦੇਸ਼ ਦੇ ਦੂ, ਇਦੋਂ ਗਾਹਾਂ ਕੀ ਹੈ। ਦੀਖਿਆ ਆਖ ਬੁਝਾਇਆ, ਤਾਂ ਇਹ ਦੀਕਸ਼ਾ ਕਹਿ ਕੇ ਸਮਝਾ ਦਿੱਤਾ। ਸਿਫਤੀ ਸੱਚ ਸਮੇਉ, ਵਾਹਿਗੁਰੂ ਜੀ ਦੀ ਸਿਫਤ ਵਿੱਚ ਜੋੜਤਾ। ਸੱਚ ਸਮੇਉ, ਸੱਚ ਦੇ ਵਿੱਚ ਸਮੇਉ ਭੇਦ ਹੋ ਗਿਆ। ਤੈਨ ਕੋ ਕਿਆ ਉਪਦੇਸੀਐ ਜੈਨ ਗੁਰ ਨਾਨਕ ਦੇਵ। ਮਹਾਰਾਜ ਕਹਿੰਦੇ ਸਾਨੂੰ ਕਹਿੰਦੇ ਹੋ ਉਪਦੇਸ਼ ਲੈ ਲਓ। ਇੱਥੇ ਤਾਂ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਨੂੰ ਵੀ ਹੋਰ ਕਿਸੇ ਤੋਂ ਉਪਦੇਸ਼ ਲੈਣ ਦੀ ਲੋੜ ਨਹੀਂ। ਉਹਨਾਂ ਨੂੰ ਕੀ ਕੋਈ ਉਪਦੇਸ਼ ਦੇ ਸਕਦਾ ਹੈ ਜਿਨ੍ਹਾਂ ਦੇ ਭਾਈ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਨ। ਕਬਿੱਤ ਅੱਗੇ ਹੁਣ ਜੋ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਫਿਰ ਜੋਗੀਆਂ ਨੂੰ ਉੱਤਰ ਦਿੱਤੇ ਕਿ ਜੋਗੀਓ ਲਓ ਭਾਈ ਤੁਸੀਂ ਜਿਹੜੇ ਸਵਾਲ ਕੀਤੇ ਐ ਉਹਨਾਂ ਦੇ ਉੱਤਰ ਵੀ ਸੁਣ ਲਓ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਜੋ ਸੰਤ ਰੇਣ ਜੀ ਕਹਿ ਰਹੇ ਨੇ ਕਿ ਆ ਮਹਾਰਾਜ ਨੇ ਫਿਰ ਉੱਤਰ ਦਿੱਤੇ ਹਨ। ਮੂਲ ਕੋ ਕਮਲ ਦਾਲ ਚਾਰ ਹੈ ਅਮਲ ਪ੍ਰੀਤ। ਜਿਹੜਾ ਹੁਣ 6 ਚੱਕਰ ਨੇ, ਜਿਨ੍ਹਾਂ ਵਿੱਚੋਂ ਪਹਿਲਾ ਚੱਕਰ ਹੈ ਮੂਲਾ ਧਾਰ ਚੱਕਰ। ਮੂਲ ਕੋ, ਜਿਵੇਂ ਉਹਨਾਂ ਨੇ ਸਵਾਲ ਸੀ ਨਾ
ਕਿ ਨਾਥ ਤਬ ਬੋਲਿਓ ਜੋਗ ਓਜ ਝਕ ਝੋਲਿਓ ਨਿਜ ਕੇਤੇ ਚੱਕਰ ਭੇਦੇ ਕੇਤੇ ਪੰਖਰੀ ਹੈ ਤਾਹੇ ਕੀ। ਪਹਿਲਾ ਸਵਾਲ ਸੀ ਚੱਕਰ ਕਿੰਨੇ ਆ ਤੇ ਉਹਨਾਂ ਦੀਆਂ ਪੰਖੜੀਆਂ ਕਿੰਨੀਆਂ। ਫੇਰ ਗੁਰਮੁਖੋ ਦੂਜਾ ਸਵਾਲ ਸੀ ਦੇਹ ਜਿਹੜੀ ਹੈ ਇਹ ਦੇਹੀ ਵਿੱਚ ਪੌਣ ਕਿੰਨੇ ਤਰ੍ਹਾਂ ਦੀ ਹੈ, ਤ੍ਰਿਪਤ ਕਿਹੜੀ ਧਾਰ ਕਰਦੀ ਹੈ। ਫੇਰ ਸਵਾਲ ਸੀ ਪੰਜ ਤੱਤ ਕਿਹੜੇ ਨੇ, ਉਹਨਾਂ ਦੀਆਂ ਕਿਹੜੇ ਕਿਹੜੇ ਤੱਤ ਦੀ ਕਿਹੜੀ ਇੰਦਰੀ ਹੈ, ਗਿਆਨ ਇੰਦਰਾ, ਤੇ ਉਹਨਾਂ ਗਿਆਨ ਇੰਦਰੀਆਂ ਦਾ ਗੁਣ ਕੀ ਹੈ, ਸੁਭਾਅ ਕੀ ਹੈ, ਤੱਤਾਂ ਦੀਆਂ ਪ੍ਰਕਿਰਤੀਆਂ। ਇਹ ਸਵਾਲ ਨੇ ਯਾਦ ਰੱਖਣਾ। ਹੁਣ ਪਹਿਲਾਂ ਜਿਹੜੇ ਹੈ ਚੱਕਰ 6 ਤਰ੍ਹਾਂ ਦੇ ਤੇ ਉਹਨਾਂ ਦੇ ਪੱਤੇ ਕਿੰਨੇ ਆ, ਉਹਨਾਂ ਦਾ ਰੰਗ ਕੀ ਹੈ, ਉਹ ਮਹਾਰਾਜ ਦੱਸ ਰਹੇ ਹਨ। ਮੂਲ ਕੋ ਕਮਲ ਦਲ ਚਾਰ ਹੈ ਅਮਲ ਪੀਤ। ਜਿਹੜਾ ਪਹਿਲਾਂ ਮੂਲਾਧਾਰ ਚੱਕਰ ਹੈ ਨਾ, ਮੂਲ ਕੋ ਦਾ ਜਿਹੜੀਆਂ ਪੰਖੜੀਆਂ ਨੇ, ਪਹਿਲਾ ਚੱਕਰ ਹੈ ਮੂਲਾਧਾਰ, ਮੂਲ ਚੱਕਰ, ਤੇ ਉਹਦੀਆਂ ਪੰਖੜੀਆਂ ਨੇ 4। ਉਹ ਕਿਹੋ ਜੀਆਂ ਨੇ, ਜਿਵੇਂ ਕਮਲ ਦੇ ਜਿਹੜੇ ਪੱਤੇ ਐ, ਕਮਲ ਦੇ ਪੱਤਿਆਂ ਦੇ ਕਮਲ ਦਲ 4 ਹੈ, ਅਮਲ ਪੀਤ, ਤੇ ਉਹ ਕਮਲ ਦੇ 4 ਪੱਤਿਆਂ ਵਰਗੇ ਆ, ਉਹਦੇ ਪੰਖੜੀਆਂ 4 ਨੇ ਕਮਲ ਦੇ ਪੱਤੇ ਵਰਗੀਆਂ। ਅਮਲ ਮੈਲ ਤੋਂ ਰਹਿਤ ਹੈ, ਤੇ ਪੀਤ ਉਹਨਾਂ ਦਾ ਰੰਗ ਮਹਾਰਾਜ ਕਹਿੰਦੇ ਪੀਲਾ ਹੈ। ਲਿੰਗ ਮੂਲ ਖਟ ਦਾਲ ਲਾਲ ਰੰਗ ਜਾਨੀਏ। ਫਿਰ ਅੱਗੇ ਹੈ ਜਿਹੜਾ ਦੂਸਰਾ ਜਿਹੜਾ ਚੱਕਰ ਹੈ ਉਹਨੂੰ ਕਿਹਾ ਚਿੰਨ, ਜਿਹੜਾ ਹੈ ਚਿੰਨ ਮੂਲ ਖਟ। ਉਹ ਭਾਈ ਜਿਹੜਾ ਚਿੰਨ ਚੱਕਰ ਹੈ ਇਹਦਾ, ਉਹਨੂੰ ਲਿੰਗ ਜਾਂ ਚਿੰਨ, ਇਹ ਭਾਵ ਰਿਹਾ। ਭਾਵ ਉਹਦਾ ਕੀ ਹੈ ਕਿ ਚਿੰਨ ਕਿਹਾ। ਜਿਹੜਾ ਚਿੰਨ ਦਾ ਚੱਕਰ ਕੀ ਹੈ, ਮੂਲ ਖਾਟ, ਉਸ ਦੇ ਖਾਟ ਨਾਮ ਹੈ 6 ਦਾ, ਖਾਟ ਦਲ। ਉਹਦੀਆਂ ਜਿਹੜੀਆਂ ਪੰਖੜੀਆਂ ਨੇ, ਉਹ ਜਿੰਨੀਆਂ ਵੀ ਇਹ ਪੰਖੜੀਆਂ ਕਮਲ ਦੇ ਪੱਤਿਆਂ ਦਾ ਹੀ ਲਿਆ ਕਿ ਉਸ ਆਕਾਰ ਦੀਆਂ, ਖਾਟ ਦਲ। ਉਹਨਾਂ ਦੇ ਜਿਹੜੇ ਪੱਤੇ ਪੰਖੜੀਆਂ 6 ਹਨ। ਦਲ ਨਾਮ ਪੱਤਿਆਂ ਦਾ ਹੈ। ਲਾਲ ਰੰਗ ਜਾਨੀਏ। ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਰੰਗ ਜੋ ਹੈ ਲਾਲ ਜਾਣ ਲਓ। ਨਾਭ ਮੈਂ ਦਸਮ ਦਲ ਨੀਲ ਰੰਗ ਸੋ ਹੈ ਜਾਂ ਕੋ। ਫਿਰ ਅੱਗੇ ਹੈ ਨਾਭ ਦੇ ਵਿੱਚ ਜਿਹੜਾ ਚੱਕਰ ਹੈ ਤੀਜਾ, ਨਾਭ ਮੈਂ, ਨਾਭ ਕਹੀਏ ਨਾਭੀ ਧੁਨ, ਦਸਮ ਦਲ, ਇਹਦੇ ਜਿਹੜੇ ਪੱਤੇ ਨੇ ਪੰਖੜੀਆਂ ਉਹ 10 ਨੇ। ਨੀਲ ਰੰਗ ਸੋ ਹੈ ਜਾ ਕੋ, ਜਿਹਦਾ ਜਿਹੜਾ ਰੰਗ ਹੈ ਮਹਾਰਾਜ ਕਹਿੰਦੇ ਨੀਲਾ ਸੋਹੰਦਾ ਹੈ। ਹਿਰਦੇ ਦਲ ਦਵਾਦਸ ਕੋ ਸੇਤ ਪਹਿਚਾਨੀਏ। ਫਿਰ ਤੀਜਾ ਜਿਹੜਾ ਚੌਥਾ ਚੱਕਰ ਹੈ ਉਹ ਹੈ ਹਿਰਦੇ ਵਿੱਚ। ਉਹ ਮਹਾਰਾਜ ਕਹਿੰਦੇ ਭਾਈ ਉਹਦੇ ਜਿਹੜੇ ਪੰਖੜੀਆਂ ਨੇ ਦਲ ਦਵਾਦਸ, ਉਹਦੀਆਂ ਪੰਖੜੀਆਂ ਦਵਾਦਸ 2 ਤੇ 10 12 ਜਾਣ ਲਓ। ਸੇਤ ਪਹਿਚਾਨੀਏ, ਉਹਨਾਂ ਦਾ ਰੰਗ ਚਿੱਟਾ ਜਾਣ ਲਓ। ਕੰਠ ਕੋ ਕਮਲ ਦਲ 16 ਹੈ ਅਮਲ ਭੇਦ। ਫਿਰ ਹੈ ਪੰਜਵਾਂ ਜਿਹੜਾ ਚੱਕਰ ਹੈ ਕੰਠ ਦੇ ਵਿੱਚ। ਇਹਦੇ ਵਿੱਚ ਜਿਹੜੇ ਪੰਖੜੀਆਂ ਨੇ ਉਹ ਕਮਲ ਦੇ ਪੱਤਿਆਂ ਵੱਤ 16 ਹਨ। ਉਹ ਕਮਲ ਦੇ ਪੱਤਿਆਂ ਵਰਗੀਆਂ 16 ਪੰਖੜੀਆਂ ਅਮਲ ਭੇਦ ਤੇ ਮੈਲ ਤੋਂ ਰਹਿਤ ਹਨ। ਤਿਰਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ। ਤੇ ਜਿਹੜਾ 6ਵਾਂ ਚੱਕਰ ਹੈ ਉਹ ਹੈ ਤਿਰਕੁਟੀ ਹੈ। ਮਸਤਕ ਜਿਹੜੇ ਹੈ ਪ੍ਰਵੱਟਿਆਂ ਤੇ ਨੱਕ ਤੋਂ ਉੱਪਰ ਵਿਚਕਾਰ ਇੱਥੇ ਤਿਰਕੁਟੀ ਹੈ। ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਜੀ, ਹੇ ਜੋਗੀਓ ਐ ਗੋਰਖਨਾਥ, ਤਿਰਕੁਟੀ ਮੈਂ ਦੋਏ ਦਲ, ਜਿਹੜੀ ਇਹ 6ਵਾਂ ਚੱਕਰ ਤਿਰਕੁਟੀ ਦੇ ਵਿੱਚ ਹੈ, ਇਹਦੇ 2 ਪੱਤੇ ਹੈ ਕਮਲ ਦੇ ਪੱਤਿਆਂ ਵਾਂਗ, ਭਾਵ 2 ਪੰਖੜੀਆਂ ਹਨ। ਧਾਮ ਸੁਖ ਦਾਨੀਏ। ਤਾਂ ਇਹ ਜਾਣੋ ਕਿ ਇਹ ਸੁੱਖਾਂ ਦਾ ਘਰ ਹੈ, ਭਾਵ ਸੁੱਖ ਦੇਣ ਵਾਲਾ ਅਸਲ ਇੱਥੇ ਘਰ ਹੈ। ਭੇਦ ਐਨ ਜਾਏ ਖਟ ਚੱਕਰ ਜੋ ਅਲਾਏ।
ਇਹ ਕਹਿੰਦੇ ਜਾਣ ਲਓ ਵੀ ਇਹਨਾਂ ਦੇ ਭੇਦ ਹਨ ਜਿਹੜੇ 6 ਚੱਕਰ 10 ਦਿੱਤੇ। 10 ਦਵਾਰ ਠਹਿਰਾਏ ਬਾਏ ਐਸੀ ਬਿਦ ਮਾਨੀਏ। ਤੇ ਇਹ 10ਵੇਂ ਦਵਾਰ ਦੇ ਵਿੱਚ ਫਿਰ ਉਹ ਦੱਸਿਆ ਸੀ ਪੌਣ। ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਚੱਕਰ ਇਉਂ ਭੇਦ ਆ ਇਹ 10ਵੇਂ ਦਵਾਰ ਵਿੱਚ ਠਹਿਰਾਏ ਜਾਂਦੇ ਆ। ਹੁਣ ਅੱਗੇ ਬਾਏ ਐਸੀ ਬਿਦ ਮਾਨੀਏ। ਫਿਰ ਜਿਹੜੀ ਹਵਾ ਟਿਕਦੀ ਹੈ ਬਾਏ ਬਾ ਹਵਾ, ਪੁਰਾਣੇ ਬਜ਼ੁਰਗ ਬਾ ਕਹਿ ਦਿੰਦੇ ਸੀ, ਬਹੁਤ ਸੋਹਣੀ ਬਾ ਚੱਲਦੀ ਹੈ। ਬਾਏ ਐਸੀ ਬਿਦ ਮਾਨੀ, ਉਹ ਕਹਿੰਦੇ ਇਸ ਤਰ੍ਹਾਂ ਦੀ ਮੰਨ ਲਓ। ਪੌਣ 10 ਸੁਨੋ ਨਾਮ ਪ੍ਰਾਨ ਹੈ ਅਪਾਨ ਦੋ। ਹੁਣ ਕਹਿੰਦੇ ਜਿਹੜੀ ਪੌਣ ਹੈ, ਸਿੱਧਾਂ ਨੇ ਇਹਨਾਂ ਪੁੱਛਿਆ ਸੀ ਨਾ ਕਿ ਮਹਾਰਾਜ ਦੇਹੀ ਕੇਤੀ ਪੌਣ ਤ੍ਰਿਪਤਾਵੈ ਧਾਰ ਕੌਣ, ਕਿੰਨੀਆਂ ਪੌਣ ਹੈ ਸਰੀਰ ਵਿੱਚ। ਉਹ ਮਹਾਰਾਜ ਕਹਿੰਦੇ ਭਾਈ ਇਹ ਜਾਣ ਲਓ ਕਿ ਪੌਣ 10 ਸੁਨੋ ਨਾਮ, ਕਹਿੰਦੇ 10 ਤਰ੍ਹਾਂ ਦੀ ਪੌਣ ਹੈ, ਉਹਨਾਂ ਦੇ ਨਾਮ ਸੁਣ ਲਓ। ਪ੍ਰਾਨ ਹੈ ਅਪਾਨ ਦੋ, ਪਹਿਲੀ ਪੌਣ ਹੈ ਪ੍ਰਾਣ, ਪ੍ਰਾਣ ਚੱਲਦੇ ਆ ਸਰੀਰ ਵਿੱਚ, ਇਹ ਵੀ ਪੌਣ ਹੈ। ਅਪਾਨ ਦੋ, ਦੂਜੀ ਦਾ ਨਾਮ ਹੈ ਅਪਾਨ ਪੌਣ। ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ। ਤੇ ਇਹ ਜਾਣ ਲਓ ਕਿ ਤੀਜੀ ਪੌਣ ਹੈ ਸਮਾਨ ਪੌਣ, ਉਦਿਆਨ ਹੈ ਬਿਆਨ ਸੋ। ਚੌਥੀ ਪੌਣ ਹੈ ਉਦਿਆਨ ਪੌਣ ਤੇ ਪੰਜਵੀਂ ਪੌਣ ਹੈ ਬਿਆਨ। ਨਾਗ ਔ ਕੂਰਮ ਕਿਰਕਲ ਦੇਵ ਦਤ ਲਖੋ। ਤੇ ਫਿਰ ਇਸ ਤਰ੍ਹਾਂ ਇਹ ਜਿਹੜਾ ਹੈ 6ਵੀਂ, ਪਹਿਲੀ ਪ੍ਰਾਣ, ਦੂਜੀ ਅਪਾਨ, ਤੀਜੀ ਸਮਾਨ, ਚੌਥੀ ਉਦਿਆਨ ਤੇ ਪੰਜਵੀਂ ਬਿਆਨ। ਇਹ 5 ਪੌਣਾ ਹੋ ਗਈਆਂ। ਅੱਗੇ ਕਹਿੰਦੇ ਨਾਗ ਔ ਕੂਰਮ ਕਿਰਕਲ ਦੇਵ ਦਤ ਲਖੋ। 6ਵੀਂ ਪੌਣ ਹੈ ਨਾਗ ਪੌਣ ਤੇ 7ਵੀਂ ਹੈ ਕੂਰਮ ਪੌਣ, 8ਵੀਂ ਹੈ ਕਿਰਕਲ ਪੌਣ, ਦੇਵ ਦਤ ਲਖੋ। 9ਵੀਂ ਪੌਣ ਜਿਹੜੀ ਆ ਉਹਨੂੰ ਦੇਵ ਦਤ ਪੌਣ ਜਾਣ ਲਓ। 10ਵੀਂ ਧਨੱਜੈ ਨਾਮ ਰਕਤ ਬਖਾਨ, 10ਵੀਂ ਧਨੱਜੈ ਨਾਮ ਕਰਤ ਬਖਾਨ ਸੋ। ਇੱਥੇ ਰਕਤ ਸ਼ਬਦ ਲਿਖਿਆ, ਸ਼ੁੱਧ ਹੈ ਕਰਤ। 10ਵੀਂ ਪੌਣ ਜਿਹੜੀ ਹੈ ਉਹ ਮਹਾਰਾਜ ਕਹਿੰਦੇ ਧਨੱਜੈ ਪੌਣ ਹੈ। 10ਵੀਂ ਧਨੱਜੈ ਨਾਮ, 10ਵੀਂ ਪੌਣ ਦਾ ਨਾਮ ਹੈ ਧਨੰਜੈ ਪੌਣ। ਕਰਤ ਬਖਾਨ ਸੋ, ਜੋ ਭਾਈ ਤੁਹਾਨੂੰ ਬਖਿਆਨ ਕਰ ਦਿੱਤੀ ਜਾਂ ਬਖਿਆਨ ਕੀਤੀਆਂ ਜਾਂਦੀਆਂ ਹਨ। ਪ੍ਰਾਨ ਰਹਿ ਹਿਰਦੇ ਮਾਹੇ ਗੁਦਾ ਮੈਂ ਅਪਾਨ ਜਾਨ। ਹੁਣ ਇਹ ਪੌਣ ਦਾ ਕਿੱਥੇ ਕਿੱਥੇ ਟਿਕਾਣਾ ਹੈ। ਜਿਹੜੀ ਪ੍ਰਾਨ ਪੌਣ ਹੈ ਪਹਿਲੀ, ਇਹ ਮਹਾਰਾਜ ਕਹਿੰਦੇ ਭਾਈ ਜਾਣ ਲਓ ਪ੍ਰਾਨ ਅਪਾਨ। ਦੂਜੀ ਹੈ ਪਹਿਲੀ ਪ੍ਰਾਨ ਹੈ, ਪ੍ਰਾਨ ਰਹਿ ਹਿਰਦੇ ਮਾਹੇ। ਜਿਹੜੀ ਪ੍ਰਾਨ ਪੌਣ ਹੈ ਇਹ ਜੋਗ ਮਤ ਵਿੱਚ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਕਿ ਉਹ ਹਿਰਦੇ ਵਿੱਚ ਰਹਿੰਦੀ ਹੈ। ਗੁਦਾ ਮੈਂ ਅਪਾਨ ਜਾਨ, ਗੁਦਾ ਵਿੱਚ ਜਿਹੜੀ ਦੂਜੀ ਪੌਣ ਅਪਾਨ ਹੈ। ਨਾਭ ਮੈਂ ਸਮਾਨ ਕੰਠ ਬਿਖੈ ਉਦਿਆਨ ਸੋ। ਤੀਜੀ ਪੌਣ ਹੈ ਸਮਾਨ, ਉਹ ਭਾਈ ਨਾਭੀ ਵਿੱਚ ਰਹਿੰਦੀ ਹੈ, ਧੁਨ ਵਿੱਚ। ਤੇ ਜਿਹੜੀ ਚੌਥੀ ਪੌਣ ਹੈ ਉਦਿਆਨ ਪੌਣ, ਕੰਠ ਬਿਖੈ ਉਦਿਆਨ ਸੋ, ਉਹ ਕੰਠ ਗਲੇ ਵਿੱਚ ਰਹਿੰਦੀ ਹੈ। ਤਾਂ ਹੀ ਆਪਾਂ ਸ਼ਬਦ ਬੋਲਦੇ ਹਾਂ, ਅੰਦਰੋਂ ਤੁਹਾਨੂੰ ਧੁਨ ਪੈਦਾ ਹੁੰਦੀ ਹੈ ਤੇ ਗਲਾ ਉਹਨੂੰ ਸ਼ਬਦ ਦੇ ਦਿੰਦਾ ਹੈ। ਧੁਨ ਹੀ ਹੈ। ਹੁਣ ਇੱਥੋਂ ਸ਼ਬਦ ਬੋਲਿਆ, ਦੇਖੋ ਮਾਈਕ ਵਿੱਚ, ਤੇ ਜੂੰਟਾਂ ਬਕਸਿਆਂ ਰਾਹੀਂ ਇਹ ਹੁਣ ਜਿਹੜੀ ਤਾਰ ਹੈ ਕਿੰਨੀ ਬਰੀਕ ਜਾਂਦੀ, ਇਹਦੇ ਵਿੱਚ ਦੀ ਤਾਂ ਇੱਕ ਟਿਊਨ, ਇੱਕ ਧੁਨ ਗਈ ਨਾ, ਵਾਈਬ੍ਰੇਸ਼ਨ ਗਈ ਇਹਦੇ ਵਿੱਚ ਦੀ। ਪਰ ਜਦੋਂ ਉਹ ਬਕਸਾ ਜਾਂ ਯੂਨਿਟ ਵਿੱਚੋਂ ਨਿਕਲੀ ਫੇਰ ਸ਼ਬਦ ਰੂਪ ਬਣ ਗਈ ਤੇ ਉਹ ਤੁਹਾਡੇ ਤੱਕ ਪਹੁੰਚੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਹੈ ਅੰਦਰੋਂ ਹੁਣ ਇੱਕ ਧੁਨ ਪੈਦਾ ਹੁੰਦੀ ਹੈ ਨਾਭੀ ਤੋਂ, ਤੇ ਉਹ ਫਿਰ ਧੁਨ ਆਉਂਦੀ ਆਉਂਦੀ ਗਲੇ ਤੇ ਆ ਕੇ ਉਹ ਗੁਰਮੁਖੋ ਸ਼ਬਦ ਬਣ ਜਾਂਦੀ ਹੈ ਤੇ ਫਿਰ ਜੀਭ ਉਹਨੂੰ ਅੱਖਰਾਂ ਦੇ ਰੂਪ ਵਿੱਚ ਬਿਆਨ ਕਰ ਦਿੰਦੀ ਹੈ। ਇਸੇ ਤਰ੍ਹਾਂ ਨਾਭ ਮੈਂ ਸਮਾਨ ਕੰਠ ਬਿਖੈ ਉਦਿਆਨ ਸੋ, ਜਿਹੜੀ ਇਹ ਕੰਠ ਵਿੱਚ ਪੌਣ ਹੈ
ਇਹ ਗੁਰਮੁਖੋ ਉਦਿਆਨ ਪੌਣ ਹੈ, ਚੌਥੀ ਪੌਣ ਹੈ। ਵਿਆਪਕ ਬਿਆਨ ਤਨ ਨਾਗ ਉਦਗਾਰ ਕਰੈ। ਤੇ ਜਿਹੜੀ ਹੈ ਬਿਆਨ ਪੌਣ ਪੰਜਵੀਂ, ਉਹ ਸਾਰੇ ਸਰੀਰ ਵਿੱਚ ਚੱਲਦੀ ਹੈ। ਦੇਖੋ ਖੂਨ ਜਿਹੜਾ ਹੈ ਆਪਣਾ ਉਹ ਗਤੀ ਕਰਦਾ ਹੈ। ਵਿਆਪਕ ਬਿਆਨ ਤਨ, ਬਿਆਨ ਜਿਹੜੀ ਉਹ ਸਰੀਰ 'ਚ ਵਿਆਪਕ ਹੈ। ਨਾਗ ਉਦਗਾਰ ਕਰੈ, ਤੇ ਇਹ ਜਿਹੜੀ ਹੈ ਛੇਵੀਂ, ਉਹ ਹੈ ਨਾਗ ਪੌਣ। ਬਿਆਨ ਪੰਜਵੀਂ ਸੀ, ਛੇਵੀਂ ਨਾਗ ਪੌਣ ਉਦਗਾਰ ਕਰੈ। ਉਦਗਾਰ ਦਾ ਭਾਵ ਜਿਵੇਂ ਹੁਣ ਆਪਾਂ ਅੰਨ ਪਾਣੀ ਛਕ ਕੇ ਡਕਾਰ ਲੈ ਲੈਂਦੇ ਆ, ਚਾਹੇ ਉਹ ਅੰਦਰੋਂ ਇੱਕ ਪੌਣ ਨਿਕਲਦੀ ਹੈ ਤੇ ਉਸ ਨੂੰ ਉਦਗਾਰ, ਉਹਨੂੰ ਨਾਗ ਪੌਣ ਕਿਹਾ ਜਾਂਦਾ ਹੈ। ਉਹਦੇ ਕਰਕੇ ਭਾਈ ਜੋ ਡਕਾਰ ਇਤਿਆਦਿਕ ਕਰਦੇ ਹਾਂ ਆਉਂਦੇ ਹਨ। ਕੂਰਮ ਸੋ ਲੋਚਨ ਕੀ ਪਾਲਕ ਖੁਲਾਨ ਸੋ। ਫਿਰ ਹੈ ਜੋ ਸੱਤਵੀਂ ਪੌਣ। ਸੱਤਵੀਂ ਪੌਣ ਮਹਾਰਾਜ ਨੇ ਲਿਖਿਆ ਸੀ ਕੂਰਮ। ਅੱਠਵੀਂ ਹੈ ਕਿਰਕਲ, ਨੌਵੀਂ ਦੇਵਦੱਤ, 10ਵੀਂ ਧਨੱਜੈ। ਹਾਂ, ਤੇ ਸੱਤਵੀਂ ਹੈ ਕੂਰਮ। ਕੂਰਮ ਸੋ ਲੋਚਨ ਕੀ ਪਲਕ ਖੁਲਾਨ ਕੋ। ਹੁਣ ਅੱਖਾਂ ਨੇ ਆਪਣੇ ਆਪ ਹੀ ਦੇਖੋ ਕਿੰਨਾ ਵਾਰੀ ਝਮਕੀ ਜਾਂਦੀਆਂ, ਕੋਈ ਕਰਨਾ ਤਾਂ ਨਹੀਂ ਪੈਂਦਾ ਹੈ, ਆਪਣੇ ਆਪ ਹੀ। ਤੇ ਇਹ ਵੀ ਇੱਕ ਪੌਣ ਹੈ ਸਰੀਰ ਦੀ। ਇਹ ਸੱਤਵੀਂ ਪੌਣ ਹੈ, ਇਹਨੂੰ ਕੂਰਮ ਪੌਣ ਕਹਿੰਦੇ ਹਨ। ਇਹ ਕੂਰਮ ਪੌਣ ਕਰਕੇ ਹੀ ਸਰੀਰ ਦੀਆਂ ਪਲਕਾਂ ਜਿਹੜੀਆਂ ਨੇ ਉਹ ਖੁੱਲਦੀਆਂ ਤੇ ਬੰਦ ਹੁੰਦੀਆਂ। ਕੂਰਮ ਸੋ ਲੋਚਨ ਕੀ ਪਲਕ, ਅੱਖਾਂ ਦੀਆਂ ਪਲਕਾਂ ਜਿਹੜੀਆਂ ਇਹ ਭਾਈ ਬੰਦ ਤੇ ਖੁੱਲਦੀਆਂ ਹਨ। ਕਿਰਕਲ ਉਪਾਏ ਛਿਕ ਦੇਵ ਦਤ ਜੰਭਣੇ ਕੀ। ਤੇ ਜਿਹੜੀ ਕਿਰਕਲ ਹੈ ਇਹ ਜਿਹੜੀ ਹੈ ਅੱਠਵੀਂ ਪੌਣ ਹੈ, ਕਿਰਕਲ ਪੌਣ। ਕਿਰਕਲ ਇਹਦੇ ਨਾਲ ਜਿਵੇਂ ਕੋਈ ਛਿੱਕ ਆਉਂਦੀ ਹੈ, ਇਹ ਕਿਰਕਲ ਪੌਣ ਕਰਕੇ ਹੈ। ਕਿਰਕਲ ਉਪਾਏ ਛਿੱਕ। ਕਿਰਕਲ ਪੌਣ ਜਿਹੜੀ ਹੈ ਉਹ ਛਿੱਕ ਪੈਦਾ ਕਰਦੀ ਹੈ। ਇਹਨੂੰ ਕੁਝ ਨਿੱਛ ਵੀ ਕਹਿੰਦੇ ਨੇ, ਤੇ ਕਿਉਂਕਿ ਨੱਕ ਵਿੱਚੋਂ ਛੈ ਦੇ ਰੂਪ ਵਿੱਚ ਨਿਕਲਦੀ ਕਰਕੇ ਆਮ ਤੌਰ ਤੇ ਜਿਹੜੇ ਹੁਣ ਆਪਾਂ ਪਿੰਡਾਂ ਵਾਲੇ ਛਿੱਕ ਕਹਿੰਦੇ, ਜਿਹੜੇ ਥੋੜੇ ਜਿਹੇ ਪੜ੍ਹ ਗਏ ਉਹ ਨਿੱਛ ਕਹਿ ਦਿੰਦੇ ਆ। ਫਰਕ ਦਾ ਕੋਈ ਨਹੀਂ। ਉਹ ਕਹਿੰਦੇ ਵੀ ਨਿੱਛ ਨੱਕ ਵਿੱਚੋਂ ਛੈ ਕਰਕੇ ਨਿਕਲਦੀ ਹੈ, ਤੇ ਇਹ ਕਿਰਕਲ ਪਾਉਣ ਕਰਕੇ ਹੈ। ਇਸ ਕਰਕੇ ਉਹ ਸਾਰਾ ਕੋਈ ਦੱਸ ਰਹੇ ਨੇ ਕਿ ਭਾਈ ਕਿਰਕਲ ਉਪਾਏ ਛਿੱਕ। ਅੱਗੇ ਹੈ ਨੌਵੀਂ ਪੌਣ ਹੈ ਦੇਵਦੱਤ। ਮਹਾਰਾਜ ਕਹਿੰਦੇ ਦੇਵਦੱਤ ਜੰਭਣੇ ਕੀ। ਜੰਭਣ ਭਾਵ ਜੰਭਣ ਦਾ ਅਰਥ ਹੁੰਦਾ ਜਿਵੇਂ ਜੰਭਾਈ ਵੀ ਕਹਿੰਦੇ, ਆਮ ਆਪਾਂ ਉਬਾਸੀ ਕਹਿੰਦੇ ਆ। ਇਹ ਜਿਹੜੀ ਹੈ ਇਹ ਦੇਵਦੱਤ ਪੌਣ ਉਬਾਸੀ ਦੀ ਪੌਣ ਹੈ। ਮ੍ਰਿਤ ਭੇਤ ਨਜੈ ਰਹਿ ਇਹੀ 10 ਪ੍ਰਾਨ ਸੋ। ਤੇ ਜਿਹੜੀ ਤਨੱਜੈ ਪੌਣ ਆ ਉਹ ਜੋਗੀ ਕਹਿੰਦੇ ਵੀ ਜਦੋਂ ਮ੍ਰਿਤੂ ਹੋ ਜਾਂਦੀ ਹੈ ਫਿਰ ਵੀ ਸਰੀਰ ਵਿੱਚ ਰਹਿੰਦੀ ਹੈ, ਤੇ ਜਦੋਂ ਸੰਸਕਾਰ ਕਰਦੇ ਨੇ ਉਦੋਂ ਨਿਕਲਦੀ ਹੈ। ਇਹ ਜਿਹੜੇ ਹੁਣ ਕੋਈ ਨੇੜੇ ਹੁੰਦੇ ਉਹਨਾਂ ਨੂੰ ਪਤਾ ਵੀ ਮੁਰਦੇ ਚੋਂ ਇੱਕ ਹਵਾ ਜੀ ਨਿਕਲਦੀ ਹੈ। ਕਈ ਵਾਰ ਤਾਂ ਉਹ ਮਾਰ ਸੋਟੀਆਂ ਜਾਂ ਭੰਨ ਕੇ ਕੱਢ ਦਿੰਦੇ ਆ, ਨਿਕਲੋ ਜਾਂਦੀ ਹੋਈ ਹੈ। ਤੇ ਚਲੋ ਉਹਨੂੰ ਤਨੱਜੈ ਪਾਉਣ ਕਿਹਾ ਹੈ। ਇਹ ਮ੍ਰਿਤ ਭੇਤ ਤਨੱਜੈ, ਮ੍ਰਿਤੂ ਤੋਂ ਬਾਅਦ ਵੀ ਉਹ ਤਨੱਜੈ ਰਹਿ ਜਾਂਦੀ ਹੈ ਜਿਹੜੀ, ਉਹ ਫਿਰ ਸੰਸਕਾਰ ਸਮੇਂ ਨਿਕਲਦੀ ਹੈ। ਜੇ ਕੋਈ ਮੁਰਦੇ ਨੂੰ ਦੱਬ ਦਿੰਦਾ ਹੈ ਮਿੱਟੀ 'ਚ, ਹੌਲੀ ਹੌਲੀ ਉਹ ਨਿਕਲ ਜਾਂਦੀ ਹੈ। ਇਹੀ 10 ਪ੍ਰਾਨ ਸੋ। ਕਹਿੰਦੇ ਇਹ ਭਾਈ 10 ਤਰ੍ਹਾਂ ਦੇ ਪ੍ਰਾਨ ਕਹੀਏ ਪੌਣ ਹੈ। ਨੇਚਰ ਚੁਆਏ ਧਾਰ ਤਾਹੀ ਤੇ ਅਕਾਏ ਰਹਿ। ਫਿਰ ਅੱਗੇ ਸਵਾਲ ਸੀ ਉਹਨਾਂ ਦਾ ਕਿ ਇਹ ਮਹਾਰਾਜ ਦੱਸੋ ਕਿ ਦੇਹੀ ਕੇਤੀ ਪੌਣ ਤ੍ਰਿਪਤਾਵੈ ਧਾਰ ਕੌਣ। ਅੱਗੇ ਕਿਹਾ ਸੀ ਵੀ ਜਿਹੜੀ ਕਿਹੜੀ ਐਸੀ ਧਾਰ ਹੈ ਜਿਹੜੀ ਤ੍ਰਿਪਤ ਕਰ ਦਿੰਦੀ ਹੈ, ਤਾਂ ਮਹਾਰਾਜ ਜੀ ਕਹਿੰਦੇ ਨਿਝਰ ਚੁਆਏ ਧਾਰ। ਉਹ ਹੈ 10ਵੇਂ ਦੁਆਰ ਦੀ ਅੰਮ੍ਰਿਤ ਧਾਰਾ ਜਿਹੜੀ ਨਿਝਰ ਚੱਲਦੀ ਹੈ, ਲਗਾਤਾਰ ਜਿਹੜੀ ਹੈ ਇੱਕ ਧਾਰਾ ਚੱਲਦੀ ਅੰਦਰ। ਧਾਰ ਤਾਹੀ ਤੇ ਅਗਾਏ ਰਹਿ, ਉਸੇ ਨਾਲ ਹੀ ਇਹ ਜਿਹੜਾ ਹੈ 10ਵੇਂ ਵਿੱਚ ਇਹ ਤ੍ਰਿਪਤ ਹੋ ਕਰਕੇ ਜੀਵ ਜਿਹੜਾ ਹੈ ਜੋਗੀ ਉਹ ਰਹਿੰਦਾ ਹੈ।
ਕਹੋ ਅਬ ਪੰਚ ਤਤ ਸੁਨੀਏ ਸੁਜਾਨ ਸੋ। ਫਿਰ ਅੱਗੇ ਕਿਹਾ ਸੀ ਵੀ ਮਹਾਰਾਜ ਪੰਜ ਤੱਤ ਕਿਹੜੇ ਨੇ, ਉਹਨਾਂ ਦੇ ਵਿਸ਼ੇ ਗੁਣ ਕੀ ਹੈ, ਤੇ ਫਿਰ ਉਹ ਕਿਹੜੇ ਕਿਹੜੇ ਜਿਹੜੇ ਹਨ ਪੰਜ ਤੱਤ ਜਿਹੜੇ ਹੈ ਉਹਨਾਂ ਦਾ ਇੰਦਰੇ ਕਿਹੜੇ ਕਿਹੜੇ ਨੇ, ਤੇ ਪ੍ਰਕਿਰਤੀਆਂ ਕੀ ਹੈ 25। ਮਹਾਰਾਜ ਕਹਿੰਦੇ ਕਹੋ ਅਬ ਪੰਜ ਤੱਤ ਸੁਣੀਏ ਸੁਜਾਨ ਸੋ। ਹੁਣ ਭਾਈ ਪੰਜ ਤੱਤ ਬਾਰੇ ਦੱਸਦੇ ਆ। ਇਹ ਸਿਆਣੇ ਪੁਰਸ਼ੋ ਜੋਗੀਓ, ਉਹ ਵੀ ਤੁਸੀਂ ਸੁਣ ਲਵੋ। ਖੰਗ ਪੌਨ ਬੰਨ ਬਾਨ ਛੋਨੀ ਪੰਜ ਤੱਤ ਗੁਣ। ਇਹ ਜਾਣ ਲੋ ਕਿ ਪਹਿਲਾ ਤੱਤ ਹੈ ਖੰਗ। ਖੰਗ ਦਾ ਭਾਵ ਹੈ ਆਕਾਸ਼, ਦੂਜਾ ਪੌਨ ਹਵਾ, ਤੇ ਤੀਜਾ ਬੰਨ ਅੱਗ ਅਗਨੀ, ਤੇ ਚੌਥਾ ਬਾਨ। ਬਾਨ ਨਾਮ ਹੈ ਜਲ ਦਾ ਪਾਣੀ। ਪੰਜਵਾਂ ਛੋਨੀ। ਛੋਨੀ ਕਹਿੰਦੇ ਨੇ ਧਰਤੀ, ਤੱਤ ਮਿੱਟੀ ਦਾ ਹੈ। ਪੰਜ ਤੱਤ ਹਨ। ਇਹਨਾਂ ਦੇ ਅੱਗੇ ਗੁਣ ਵਿਸ਼ੇ ਹਨ ਸ਼ਬਦ ਸਪਰਸ ਰੂਪ ਰਸ ਗੰਧ ਮਾਨ ਸੋ। ਇਹ ਪੰਜ ਵਿਸ਼ੇ ਹਨ। ਜਿਵੇਂ ਜਿਹੜਾ ਸ਼ਬਦ ਹੈ ਇਹ ਆਕਾਸ਼ ਵਿਸ਼ਾ ਹੈ। ਸ਼ਬਦ ਦਾ ਕੋਈ ਜਗ੍ਹਾ ਤਾਂ ਨਹੀਂ ਰੋਕਦਾ। ਜਿਵੇਂ ਹੁਣ ਇਹਨਾਂ ਬਹਿਸ ਵਿੱਚ ਪੈ ਜਾਂਦੇ ਆ ਜਿੰਨਾ ਵੀ ਜਿਹੜੇ ਆਪਣਾ ਏਸ਼ੀਆ ਦੇ ਜ਼ਿਆਦਾਤਰ ਧਰਮ ਪੰਜ ਤੱਤ ਮੰਨਦੇ ਆ। ਯੂਰਪੀਅਨ ਜਿਹੜੇ ਨੇ ਉਧਰ ਵਿਚਾਰ ਕਹਿੰਦੇ ਆ, ਕਹਿੰਦੇ ਪੰਜਵਾਂ ਤੱਤ ਹੈ ਨਹੀਂ। ਸਰੀਰ ਦੇ ਵਿੱਚ ਮਿੱਟੀ ਹੈ, ਪਾਣੀ ਹੈ, ਅੱਗ ਹੈ ਤੇ ਹਵਾ ਹੈ। ਪਰ ਇੱਥੇ ਦੇ ਗੁਰਮੁਖ ਪੁਰਸ਼ੇ ਕਹਿੰਦੇ ਵੀ ਚਾਰ ਤੱਤ ਜਿਹੜੇ ਨੇ ਇਹ ਕਿਸੇ ਜਗ੍ਹਾ ਤੇ ਤਾਂ ਹੈਗੇ ਆ। ਜੇ ਜਗ੍ਹਾ ਹੀ ਨਹੀਂ ਹੈ, ਸਪੇਸ ਹੀ ਹੈ ਨਹੀਂ, ਤੱਤ ਕਿੱਥੋਂ ਰੱਖਾਂਗੇ? ਜੇ ਹੁਣ ਜਗ੍ਹਾ ਵਿਹਲੀ ਹੋਊ ਤਾਂ ਆਪਾਂ ਬੈਠੇ ਆ, ਜਿੱਥੇ ਪਹਿਲਾਂ ਹੀ ਕੋਈ ਬੈਠਾ ਉੱਥੇ ਦੂਜਾ ਕਿਵੇਂ ਬਹਿ ਜੂ? ਇਸ ਕਰਕੇ ਉਹ ਜਿਹੜਾ ਸਪੇਸ ਜਗ੍ਹਾ ਹੈ ਨਾ, ਉਹਨੂੰ ਆਕਾਸ਼ ਤੱਤ ਕਿਹਾ। ਇਸੇ ਤਰ੍ਹਾਂ ਹੁਣ ਸ਼ਬਦ ਹੈ। ਸ਼ਬਦ ਕੀ ਹੈ? ਇਹ ਕੋਈ ਜਗ੍ਹਾ ਤਾਂ ਨਹੀਂ ਰੋਕਦਾ। ਜਿਵੇਂ ਚਮੜੀ ਨੇ ਆਪਣੇ ਸਰੀਰ ਦੀ ਜਗ੍ਹਾ ਤਾਂ ਰੋਕੀ ਹੋਈ ਹੈ, ਹੱਡ ਮਾਸ ਇਹ ਸਾਰਾ ਮਿੱਟੀ ਤੱਤ ਹੈ। ਪਾਣੀ ਨੇ ਵੀ ਰੋਕੀ ਹੋਈ ਹੈ, ਅਗਨੀ ਤੱਤ ਵੀ। ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਹੈ ਇਹ ਆਕਾਸ਼ ਤੱਤ ਦਾ ਵਿਸ਼ਾ ਹੈ, ਖੰਗ ਦਾ ਵਿਸ਼ਾ ਸ਼ਬਦ। ਤੇ ਸਪਰਸ਼ ਇਹ ਹੈ ਭਾਈ ਹਵਾ ਤੱਤ ਦਾ ਵਿਸ਼ਾ। ਤੇ ਰੂਪ ਹੈ ਅਗਨੀ ਤੱਤ ਦਾ ਵਿਸ਼ਾ। ਤੇ ਰਸ ਹੈ ਪਾਣੀ ਤੱਤ ਦਾ ਵਿਸ਼ਾ। ਗੰਧ ਇਹ ਹੈ ਮਿੱਟੀ ਤੱਤ ਦਾ। ਇਉਂ ਕਹਿੰਦੇ ਇਹ ਭਾਈ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਮਾਨ ਸੋਏ ਮੰਨ ਲਓ। ਨਭ ਕਾਨ ਪੌਨ ਤੋਚਾ ਪਾਵਕ ਕੀ ਨੈਣ ਜੀਹੀ। ਫੇਰ ਦੱਸਦੇ ਨੇ ਵੀ ਇਹਨਾਂ ਦੇ ਇੰਦਰੇ ਕਿਹੜੇ ਹਨ ਪੰਜਾਂ ਤੱਤਾਂ ਦੇ। ਨਭ ਕਾਨ ਜਿਹੜਾ ਆਕਾਸ਼ ਤੱਤ ਹੈ ਉਹਦਾ ਇੰਦਰਾ ਹੈ ਕੰਨ। ਪੌਨ ਤੁਚਾ ਤੇ ਜਿਹੜਾ ਗੁਰਮੁਖੋ ਹਵਾ ਤੱਤ ਹੈ ਉਹਦਾ ਜਿਹੜਾ ਇੰਦਰਾ ਹੈ ਗਿਆਨ ਇੰਦਰਾ ਤਵਚਾ ਹੈ। ਗਿਆਨ ਇੰਦਰੇ ਪੰਜ ਨੇ, ਪੰਜ ਕਰਮ ਇੰਦਰੇ 10 ਇੰਦੇ ਆ ਨਾ। ਤੇ ਇਹ ਗਿਆਨ ਦਾ ਭਾਵ ਹੈ ਜੋ ਸਾਨੂੰ ਗਿਆਨ ਕਰਾਉਂਦੇ ਨੇ। ਜਿਵੇਂ ਕੰਨ ਹੈ, ਕੁਛ ਸੁਣ ਲਿਆ, ਸੁਣ ਕੇ ਹੀ ਉਹਨੇ ਗਿਆਨ ਕਰਾਇਆ ਵੀ ਚੰਗੀ ਗੱਲ ਹੈ ਮਾੜੀ ਹੈ, ਤੈਨੂੰ ਗਾਲ ਕੱਢੀ ਹੈ ਕਿ ਜੀ ਐ ਕਿਹਾ, ਕੰਨ ਦੱਸ ਦਿੰਦਾ ਹੈ, ਸੁਣ ਕੇ ਹੀ ਦੱਸਦਾ ਨਾ। ਇਹ ਗਿਆਨ ਕਰਾ ਰਿਹਾ। ਦੂਜਾ ਹੈ ਤਵਚਾ। ਤਵਚਾ ਹੀ ਹੈ ਇਹਨੂੰ ਸਰੀਰ ਨੂੰ ਚਮੜੀ ਨੂੰ ਸਪਰਸ਼ ਕਰ ਲਿਆ। ਤੇ ਜਿਵੇਂ ਹੁਣ ਇਹ ਕੰਨ ਦਾ ਸ਼ਬਦ ਹੋ ਗਿਆ ਸਪਰਸ਼ ਚਮੜੀ ਦਾ, ਤੇ ਇਹ ਦੱਸੂਗੀ ਠੰਡਾ ਹੈ ਗਰਮ ਹੈ ਕੀ ਹੈ ਸਾਰਾ ਕੁਝ। ਤੇ ਇਸੇ ਤਰ੍ਹਾਂ ਫਿਰ ਜਿਹੜਾ ਹੈ ਜੀਭ ਹੈ ਇਹ ਦੱਸ ਦਿੰਦੀ ਹੈ ਮਿੱਠਾ ਹੈ ਖੱਟਾ ਹੈ ਕੌੜਾ ਹੈ ਕਿਸ ਤਰ੍ਹਾਂ ਦਾ ਹੈ, ਇਹ ਵੀ ਗਿਆਨ ਦਿੰਦੀ ਹੈ। ਨੇਤਰ ਨੇ ਅੱਖਾਂ, ਇਹ ਦੇਖ ਕੇ ਦੱਸ ਦਿੰਦੀਆਂ ਨੇ ਕਿ ਇੱਥੇ ਭਾਈ ਆ ਜਗ੍ਹਾ ਚੰਗੀ ਹੈ ਮਾੜੀ ਹੈ, ਕਿੱਧਰ ਦੀ ਅੱਖਾਂ ਆਪਾਂ ਨੂੰ ਗਿਆਨ ਦੇ ਰਹੀਆਂ ਹਨ। ਤੇ ਇਸੇ ਤਰ੍ਹਾਂ ਜਿਹੜਾ ਹੈ ਫਿਰ ਇਹ ਜਿਹੜਾ ਫਿਰ ਗੁਰਮੁਖੋ ਜਿਹੜੇ ਹਨ ਘਰਾਣ ਇੰਦਰਾ ਹੋ ਗਿਆ। ਵੀ ਜਿਵੇਂ ਆਪਾਂ ਜਿਹੜਾ ਹੈ ਘਰਾਣ ਕਹਿੰਦੇ ਨੇ ਨਾਸਕਾ, ਕਿਸੇ ਚੀਜ਼ ਨੂੰ ਆਪਾਂ ਸੁੰਘ ਲਿਆ, ਪਤਾ ਇੱਥੇ ਆ ਚੀਜ਼ ਬਦਬੂ ਵਾਲੀ ਹੈ, ਇੱਥੇ ਭਾਈ ਸੁਗੰਧੀ ਵਾਲੀ ਹੈ, ਜਾਂ ਉਹ ਸੁੰਘਣ ਸ਼ਕਤੀ ਇਹ ਦੱਸਦੀ ਹੈ। ਉਹ ਇਹ ਮਹਾਰਾਜ ਕਹਿਣ ਲੱਗੇ ਵੀ
ਕੱਲ ਨੂੰ ਸਮਝਣਾ ਚੰਗੀ ਤਰ੍ਹਾਂ। 5 ਤੱਤ ਹੋ ਗਏ, 5 ਤੱਤਾਂ ਦੇ 5 ਵਿਸ਼ੇ ਹੋ ਗਏ। ਤੱਤ ਹੋ ਗਿਆ ਆਕਾਸ਼, ਹਵਾ, ਅੱਗ, ਪਾਣੀ ਔਰ ਧਰਤੀ। ਆਕਾਸ਼ ਦਾ ਵਿਸ਼ਾ ਸ਼ਬਦ ਹੈ, ਪੌਣ ਦਾ ਵਿਸ਼ਾ ਸਪਰਸ਼ ਹੈ, ਤੇ ਅੱਗ ਦਾ ਵਿਸ਼ਾ ਰੂਪ ਹੈ, ਤੇ ਜਿਹੜਾ ਪਾਣੀ ਉਹਦਾ ਵਿਸ਼ਾ ਰਸ ਹੈ, ਮਿੱਟੀ ਦਾ ਵਿਸ਼ਾ ਗੰਧ। ਫਿਰ ਇਹ ਕਿਹੜੇ ਕਰਮ, ਹੁਣ ਇਹ ਤਾਂ ਹੋ ਗਏ ਵਿਸ਼ੇ ਹੋ ਗਏ ਨਾ, ਇਹ ਤਾਂ ਗੁਣ ਹੋ ਗਏ, ਸ਼ਬਦ ਸਪਰਸ਼ ਰੂਪ ਰਸ ਗੰਧ। ਇਹ ਕਿਹੜਾ ਇੰਦਰਾ ਹੈ ਜਿਹੜਾ ਦੱਸਦਾ ਹੈ? ਨਭ ਕਾਨ ਪੌਣ ਤੁਚਾ ਪਾਵਕ ਕੀ ਨੈਣ ਜੀਹੀ। ਵੀ ਜਿਹੜਾ ਆਕਾਸ਼ ਹੈ ਨਾ ਤੱਤ, ਉਹਦਾ ਜਿਹੜਾ ਇੰਦਰਾ ਹੈ ਉਹ ਹੈ ਕੰਨ। ਕੰਨ ਹੀ ਸਾਨੂੰ ਸ਼ਬਦ ਸੁਣ ਕੇ ਦੱਸਦੇ ਨੇ, ਜਾਣਕਾਰੀ ਗਿਆਨ ਕਰਾਉਂਦੇ ਹੈ। ਪੌਣ ਤੁਚਾ, ਹਵਾ ਦਾ ਜਿਹੜਾ ਇੰਦਰਾ ਹੈ ਉਹ ਹੈ ਤਵਚਾ, ਇਹ ਸਪਰਸ਼ ਨਾਲ ਦੱਸ ਦਿੰਦੀ ਹੈ ਠੰਡਾ ਹੈ, ਗਰਮ, ਤੱਤਾ ਕੀ ਜੋ ਕੁਛ ਹੈ। ਤੇ ਫਿਰ ਮਹਾਰਾਜ ਕਹਿੰਦੇ ਪਾਵਕ ਕੀ ਨੈਣ ਜੀਹੀ। ਜੀਹੀ ਵੈਸੇ ਦੂਜੇ ਪਾਸੇ ਲੱਗੂ, ਇਹ ਕਾਵ ਕਵਿਤ ਪੜਨ ਕਰਕੇ ਜੀ ਤੇ ਵਿਸ਼ਰਾਮ ਲਾਇਆ। ਜਿਹੜਾ ਅਰਥ ਹੋਣੇ ਆ ਪਾਵਕ ਕੀ ਨੈਣ। ਅੱਗ ਦੇ ਜਿਹੜਾ ਹੈ ਇੰਦਰਾ ਹੈ ਉਹ ਅੱਖਾਂ ਨੇ, ਤੇ ਅੱਖਾਂ ਜਿਹੜੀਆਂ ਨੇ ਉਹ ਸਾਰਾ ਕੁਝ ਦੇਖਦੀਆਂ। ਇਹ ਅਗਨੀ ਤੱਤ ਦਾ ਜਿਹੜਾ ਇੰਦਰਾ ਹੈ, ਤੇ ਇਹ ਅੱਖਾਂ ਕੀ ਕਰਦੀਆਂ? ਰੂਪ ਦੇਖ ਕੇ ਦੱਸਦੀਆਂ ਨਾ, ਕਿਹਦਾ ਰੂਪ ਕਿਹੋ ਜਿਹਾ, ਕਿਹੜਾ ਹੈ, ਪਸ਼ੂ ਦਾ, ਜਾਨਵਰ ਦਾ, ਮਨੁੱਖ ਹੈ। ਰੂਪ ਦੇਖ ਕੇ ਆਪਾਂ ਕਹਿੰਦੇ ਫਲਾਣਾ ਹੈ। ਹੁਣ ਜਿੰਨਾ ਕੁਛ ਹੈ ਰੂਪ ਦੇਖ ਕੇ, ਸਾਰਾ ਆਕਾਰ ਦੇਖ ਕੇ ਆਪਾਂ ਅੱਖਾਂ ਦਾ ਗਿਆਨ ਦਿੰਦੀਆਂ ਹਨ। ਹਾਂ, ਫੇਰ ਅੱਗੇ ਕਿਹਾ ਹੈ ਇਹ ਪਾਵਕ ਕੀ ਨੈਣ ਜੀਹੀ। ਜੀਹ ਨੂੰ ਦੂਜੇ ਪਾਸੇ ਜੋੜ ਲੈਣਾ ਹੈ। ਪਾਨੀ ਘਰਾਨ ਛਿਤ ਪੰਚੈ ਇੰਦਰੀ ਗਿਆਨ ਸੋ। ਤੇ ਜੀਹ ਨੂੰ ਪਾਣੀ ਨਾਲ ਜੋੜ ਲੈਣਾ। ਜਿਹੜਾ ਪਾਣੀ ਤੱਤ ਹੈ ਉਹਦਾ ਇੰਦਰਾ ਹੈ ਜੀਭ। ਜੀਭ ਹੁਣ ਰਸ ਮਾਣ ਕੇ ਦੱਸੂਗੀ, ਤੇ ਕੋਈ ਵੀ ਦਾਲ ਪਾਣੀ ਕਿਸ ਤਰ੍ਹਾਂ ਦਾ ਬਣਿਆ, ਕੋਈ ਸਵਾਦ ਹੈ, ਕੋਈ ਫਲ ਫਰੂਟ, ਜੋ ਵੀ ਕੁਛ ਖਾਣ ਵਾਲੀ ਵਸਤੂ ਹੈ ਉਹਦਾ ਸਵਾਦ ਤਾਂ ਜੀਭ ਦੱਸਦੀ ਹੈ ਨਾ। ਜਦੋਂ ਜੀਭ ਤੋਂ ਗਾਹਾਂ, ਗਲੇ ਤੋਂ ਥੱਲੇ ਤਾਂ ਕੋਈ ਸਵਾਦ ਨਹੀਂ ਹੈ। ਇਸ ਕਰਕੇ ਇਹ ਜਿਹੜਾ ਜੀਭ ਹੈ ਇਹ ਪਾਣੀ ਤੱਤ ਦਾ ਇੰਦਰਾ ਹੈ, ਇਹਦਾ ਵਿਸ਼ਾ ਹੈ ਰਸ। ਤੇ ਅੱਗੇ ਆ ਗਿਆ ਘਰਾਨ ਛਿਤ ਪੰਚ ਇੰਦਰੀ ਗਿਆਨ ਸੋ। ਘਰਾਨ ਛਿਤ ਜਿਹੜਾ ਭਾਈ ਧਰਤੀ ਹੈ, ਮਿੱਟੀ ਤੱਤ। ਮਿੱਟੀ ਤੱਤ ਦਾ ਜਿਹੜਾ ਇੰਦਰਾ ਹੈ ਉਹ ਹੈ ਸਾਡੀ ਨਾਸਕਾ, ਤੇ ਨਾਸਕਾ ਦਾ ਜਿਹੜਾ ਵਿਸ਼ਾ ਹੈ ਉਹ ਗੰਧ ਹੈ। ਉਹ ਪਹਿਲਾਂ ਗੱਲ ਆ ਗਈ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਘਰਾਨ ਛਿਤ ਜਿਹੜਾ ਨਾਸਕਾ ਹੈ ਧਰਤੀ ਦਾ ਇੰਦਰਾ ਹੈ। ਪੰਚ ਇੰਦਰੀ ਗਿਆਨ ਸੋ। ਇਸ ਤਰ੍ਹਾਂ ਇਹ 5 ਗਿਆਨ ਇੰਦਰੇ ਹਨ। ਏਕ ਏਕ ਤਤ ਤਾਂ ਕੀ ਪੰਚ ਹੈ ਪ੍ਰਕਿਰਤ ਭਈ। ਹੁਣ ਅੱਗੇ ਕਹਿੰਦੇ ਜਿਹੜੀਆਂ ਪ੍ਰਕਿਰਤੀਆਂ ਉਹ ਕਿੰਨੀਆਂ ਹਨ? ਮਹਾਰਾਜ ਕਹਿੰਦੇ ਭਾਈ 25 ਨੇ, ਇੱਕ ਇੱਕ ਤੱਤ ਦੀਆਂ। ਤੱਤ ਤਾਂ ਉਹ ਜਾਣ ਲੈ ਨਾ ਤੁਸੀਂ, ਹਵਾ, ਆਕਾਸ਼, ਹਵਾ, ਫਿਰ ਅੱਗ, ਪਾਣੀ, ਮਿੱਟੀ। ਇਹਨਾਂ ਦੇ ਅੱਗੇ 25 ਪ੍ਰਕਿਰਤੀਆਂ, ਇੱਕ ਦੀਆਂ 5। ਏਕ ਏਕ ਤੱਤ ਤਾਂ ਕੀ ਪੰਚ ਹੈ ਪ੍ਰਕਿਰਤ ਭਈ। ਹੁਣ ਤੁਸੀਂ ਕਹੋ ਪ੍ਰਕਿਰਤੀ ਕੀ ਹੁੰਦੀ, ਉਹ ਅੱਗੇ ਗੱਲ ਆ ਜਾਣੀ ਹੈ। ਇੱਕ ਇੱਕ ਤੱਤ ਦੀ ਇਉਂ 5 ਪ੍ਰਕਿਰਤੀਆਂ ਹਨ। ਲੋਭ ਮੋਹ ਅਹੰ ਦੁੱਖ ਪ੍ਰੀਤ ਨਭ ਜਾਨੀਏ। ਪ੍ਰਕਿਰਤੀ ਕੀ ਹੁੰਦੀ ਹੈ? ਜਿਵੇਂ ਹਰੇਕ ਜੀਵ ਅੰਦਰ ਲੋਭ ਹੈ ਕੁਛ ਪ੍ਰਾਪਤ। ਲੋਭ ਚੰਗਾ ਵੀ ਹੋ ਸਕਦਾ, ਜਿਵੇਂ ਕਿ ਵੱਧ ਤੋਂ ਵੱਧ ਪਾਠ ਕਰਨਾ, ਸੇਵਾ ਕਰਨੀ, ਇਹ ਵੀ ਤਾਂ ਲੋਭ ਹੈ ਨਾ। ਮੈਂ ਆ ਵੀ ਇੰਨੀ ਸੇਵਾ ਕਰ ਲਾਂ, ਮੈਂ ਹੋਰ ਕਰ ਲਾਂ, ਮੈਂ ਹੋਰ ਬਾਣੀ ਪੜ੍ਹ ਲਾਂ, ਮੈਂ ਸਤਸੰਗ ਕਰ ਲਾਂ। ਇੱਕ ਹੁੰਦਾ ਦੁਨਿਆਵੀ ਲੋਭ। ਤੋ ਇਹ ਜਿਹੜਾ ਹੈ ਲੋਭ। ਫਿਰ ਗੁਰਮੁਖੋ ਜਿਹੜਾ ਮੋਹ ਹੈ, ਮੋਹ ਹੁਣ ਇੱਕ ਤਾਂ ਸੰਸਾਰੀ ਮੋਹ ਹੈ, ਇੱਕ ਰੱਬੀ ਪਿਆਰ ਵੀ ਹੋ ਸਕਦਾ, ਗੁਰੂ ਦੇ ਪਿਆਰ, ਗੁਰੂ ਦੇ ਬਾਣੀ, ਬਾਣੇ ਦਾ ਪ੍ਰੇਮ। ਇਹ ਅਹੰ। ਇੱਕ ਅਹੰ ਹੋ ਗਿਆ ਹੰਕਾਰ, ਇੱਕ ਹੋ ਗਿਆ ਅਹੰ ਅਣਖ ਰੂਪ ਸੂਰਮੇ ਵਿੱਚ ਹੈ। ਸੂਰਮਾ ਕਹਿੰਦਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਮਰਨਾ ਮਨਜ਼ੂਰ ਹੈ ਮਗਰ ਨਹੀਂ ਮੁੜਦਾ। ਉਹ ਅਣਖ ਰੂਪ ਅਹੰ ਪੈਦਾ ਹੋ ਗਈ। ਤੇ ਇਹ ਜਿਹੜਾ ਹੈ ਲੋਭ ਮੋਹ ਅਹੰ ਦੁੱਖ ਪ੍ਰੀਤ,
ਇਹ ਜੋ ਆਪਾਂ ਫਿਰ ਦੁੱਖ ਮਹਿਸੂਸ ਕਰਦੇ ਆਂ, ਫਿਰ ਭਾਈ ਪ੍ਰੀਤ ਪ੍ਰੇਮ ਨਭ ਜਾਨੀਏ। ਇਹ ਪੰਜ ਜਿਹੜੇ ਨੇ, ਲੋਭ ਮੋਹ ਅਹੰ ਦੁੱਖ ਤੇ ਪ੍ਰੀਤ, ਪੰਜ ਹੋ ਗਏ। ਇਹ ਆਕਾਸ਼ ਦੀਆਂ ਪ੍ਰਕਿਰਤੀਆਂ ਜਾਣ ਲਓ, ਨਭ ਦੀਆਂ ਜਾਣ ਲਓ। ਬਲ ਕੋ ਕਾਰਨ ਅਰ ਧਾਵਨ ਪਸਾਰਨ ਸੰਕੋਚ। ਫਿਰ ਆ ਗਿਆ ਬਲ ਕੋ ਕਰਨ ਅਰ ਧਾਵਨ ਪਸਾਰਨ ਸੰਕੋਚ। ਫਿਰ ਜਿਹੜੀਆਂ ਹਨ ਭਾਈ ਹਵਾ ਦੀਆਂ ਪ੍ਰਕਿਰਤੀਆਂ, ਉਹ ਇੱਕ ਜਿਵੇਂ ਤਾਕਤ ਦਿਖਾਉਣੀ ਬਲ, ਤੇ ਫਿਰ ਜਿਹੜਾ ਹੈ ਬਲ ਕੋ ਕਰਨ, ਬਲ ਜਿਹੜੀ ਤਾਕਤ ਹੈ ਸਰੀਰ ਦੀ, ਇਸ ਨੂੰ ਕਰਨ, ਇਹਨੂੰ ਕਰਾਂ ਅਰ, ਅਤੇ ਜਿਹੜਾ ਹੈ ਤੀਜਾ ਆ ਗਿਆ ਧਾਵਨ ਭੱਜਣਾ, ਚੌਥਾ ਆ ਗਿਆ ਕਿਸੇ ਚੀਜ਼ ਨੂੰ ਪਸਾਰਨਾ। ਆਪਾਂ ਜਿਵੇਂ ਬਹੁਤ ਭੱਜ ਦੌੜ ਕਰਦੇ ਹਾਂ, ਫਿਰ ਪਸਾਰਾ ਕਰਦੇ ਹਾਂ ਕਿੰਨਾ, ਤੇ ਫਿਰ ਕੋਈ ਸੰਕੋਚਦੇ ਵੀ ਹੈ ਇਕੱਠਾ ਵੀ, ਆ ਵੀ ਆਪਾਂ ਥੋੜਾ ਜੋੜ ਕੇ ਰੱਖ ਲਈਏ। ਇਹ ਜਿਹੜੀਆਂ ਪ੍ਰਕਿਰਤੀਆਂ ਨੇ ਅੰਦਰ, ਇਹ ਗੁਰਮੁਖੋ ਪੌਣ ਤੱਤ ਦੀਆਂ ਹਨ। ਦੇਹ ਵਧੈ ਸੋ ਸਮੀਰ ਪਹਿਚਾਨੀਏ। ਤੇ ਇਹ ਜਾਣੋ ਸਮੀਰ ਕਹਿੰਦੇ ਵੀ ਇੱਕ ਤਾਂ ਹੋ ਗਿਆ ਬਲ ਕੋ ਕਰਨ, ਹਾਂ, ਦੂਜਾ ਹੋ ਗਿਆ ਭੱਜਣ ਦੌੜਨ, ਤੀਜਾ ਪਸਾਰਨਾ, ਚੌਥਾ ਸੰਕੋਚਣਾ, ਤੇ ਪੰਜਵਾਂ ਹੋ ਗਿਆ ਦੇਹ ਵਧੈ ਸੋ, ਸਰੀਰ ਹੈ ਜਿਹੜਾ, ਇਹ ਵੀ ਪ੍ਰਕਿਰਤੀ। ਦੇਖੋ ਬਾਲਕ ਸੀ, ਛੋਟਾ ਸੀ, ਆਕਾਰ ਵੱਧਦਾ ਇਹਦਾ ਸਰੀਰ ਦਾ। ਇਹ ਜਾਣੋ ਸੋ ਸਮੀਰ ਪਹਿਚਾਨੀਏ। ਸਮੀਰ ਨਾਮ ਹੈ ਜੋ ਭਾਈ ਮਹਾਰਾਜ ਕਹਿੰਦੇ ਹਵਾ, ਹਵਾ ਪਾਉਣ ਦੇ ਇਹ ਪੰਜ ਜਿਹੜੀਆਂ ਪ੍ਰਕਿਰਤੀਆਂ ਜਾਣ ਲਓ। ਨੀਂਦ ਔ ਜਕਰਾਂਤ ਆਲਕ, ਭੂਖ ਔ ਪਿਆਸ ਹੋਏ। ਫਿਰ ਜਿਹੜੀਆਂ ਹਨ ਭਾਈ ਨੀਂਦ ਆਉਣੀ, ਤੇ ਫਿਰ ਜਕਰਾਂਤ। ਜਕਰਾਂਤ ਦਾ ਭਾਵ ਹੈ ਜਿਵੇਂ ਆਪਾਂ ਅੰਗੜਾਈ ਲੈਂਦੇ ਹਾਂ, ਆਕਾਸ਼ ਵਿੱਚ ਬਾਹਾਂ ਜੀਆਂ ਕਰਕੇ ਅਕੜਾ ਵਾਲਾ ਅਕੜਾਈ, ਅੰਗੜਾਈ ਲੈਣੀ। ਜਕਰਾਂਤ ਆਲਕ ਆਲਸ, ਭੂਖ ਔ ਪਿਆਸ ਹੋਏ, ਭੁੱਖ ਲੱਗਦੀ ਹੈ, ਤ੍ਰੇਹ ਲੱਗਦੀ ਹੈ। ਇਹ ਜਾਣ ਲਓ, ਇਹ ਜਿਹੜੀਆਂ ਪੰਜ ਹੋ ਗਈਆਂ ਪ੍ਰਕਿਰਤੀਆਂ, ਨੀਂਦ ਆਉਣੀ ਤੇ ਭੁੱਖ ਪਿਆਸ, ਜਕਰਾਂਤ ਤੇ ਆਲਸ ਤੇ ਜਕਰਾਂਤੀ, ਜਕਰਾਂਤ ਅੰਗੜਾਈ, ਇਹ ਪੰਜ ਪ੍ਰਕਿਰਤੀਆਂ ਜੋ ਅਗਨ ਕੇ ਤਤ ਕੀ ਪ੍ਰਕਿਰਤ ਇਹ ਮਾਨੀਏ। ਇਹ ਜਾਣੋ ਭਾਈ ਪੰਜ ਜਿਹੜੀਆਂ ਪ੍ਰਕਿਰਤੀਆਂ ਇਹ ਅਗਨੀ ਤੱਤ ਦੀਆਂ ਹਨ, ਮੰਨ ਲਓ। ਰਾਕਤ ਪਸੀਨਾ ਪਿੱਤ ਕਫ ਬਿੰਦ ਨੀਰ ਹੂੰ ਕੀ। ਫਿਰ ਅੱਗੇ ਆ ਗਿਆ ਪਾਣੀ ਤੱਤ, ਉਹਦੇ ਪੰਜ ਪ੍ਰਕਿਰਤੀਆਂ ਨੇ। ਰਕਤ ਜਿਹੜਾ ਜਿਵੇਂ ਖੂਨ ਚੱਲਦਾ, ਤੇ ਫਿਰ ਪਸੀਨਾ ਆਉਂਦਾ, ਫਿਰ ਪਿੱਤ ਕਫ ਬਿੰਦ ਨੀਰ ਹੂੰ ਕੀ, ਫਿਰ ਬਾਤ ਪਿੱਤ ਤੇ ਕਫ। ਪਿੱਤ ਦਾ ਭਾਵ ਕੀ ਹੈ? ਗਰਮੀ, ਸਰੀਰ ਦੇ ਵਿੱਚ ਗਰਮੈਸ਼ ਰੂਪ। ਕਹਿੰਦੇ ਵੈਦ ਕਹਿੰਦੇ ਤਿੰਨ ਤਰ੍ਹਾਂ ਦੇ ਸਰੀਰ ਨੂੰ ਹੁੰਦਾ ਨੇ, ਬਾਤ ਪਿੱਤ ਕਫ। ਜਾਂ ਤਾਂ ਗਰਮੀ ਵੱਧ ਗਈ, ਜਾਂ ਵੈ ਵੱਧ ਗਈ, ਜਾਂ ਕਫ ਵੱਧ ਗਈ। ਇਹ ਜਿਹੜੇ ਹਨ ਬਾਤ ਕਫ ਬਿੰਦ ਨੀਰ ਹੂੰ ਕੀ, ਇਹ ਬਾਤ ਪਿੱਤ ਤੇ ਕਫ। ਇਹ ਬਿੰਦ ਦਾ ਭਾਵ ਹੈ ਬਾਦ। ਇਉਂ ਭਾਈ ਖੂਨ, ਪਸੀਨਾ, ਤੀਜਾ ਗਰਮੀ, ਚੌਥਾ ਬਲਗਮ, ਤੇ ਪੰਜਵਾਂ ਹੈ ਬੈ। ਨੀਰ ਹੂੰ ਕੀ, ਇਹ ਪਾਣੀ ਦੀਆਂ ਪ੍ਰਕਿਰਤੀਆਂ, ਪਾਣੀ ਤੱਤ ਦੀਆਂ ਹਨ। ਹਾੜ ਮਾਸ ਚਾਮ, ਹਾੜ ਮਾਸ ਨਾੜੀ ਰੋਮ ਛਿਤ ਭਾਨੀਏ। ਫਿਰ ਪੰਜਵਾਂ ਤੱਤ ਹੈ ਮਿੱਟੀ। ਇਹਦੀਆਂ ਪੰਜ ਪ੍ਰਕਿਰਤੀਆਂ ਕੀ ਹੈ? ਚਾਮ ਚਮੜੀ, ਹੱਡ, ਤੇ ਇਸ ਚਮੜੀ ਤੇ ਹੱਡਾਂ ਦੇ ਵਿਚਾਲੇ ਜਿਹੜਾ ਮਾਸ ਮਿੱਝ ਹੈ, ਤੇ ਫਿਰ ਜਿਹੜੀਆਂ ਨਾੜੀਆਂ ਨੇ ਇਹਦੇ ਵਿੱਚ ਅੱਗੇ ਮਾਸ ਦੇ ਵਿੱਚ, ਤੇ ਫਿਰ ਰੋਮ, ਆ ਜਿੰਨੇ ਦੇਖੋ ਵਾਲ ਨੇ, ਇਹ ਪੰਜ ਹੋ ਗਏ। ਇਹ ਭਾਈ ਛਿਤ ਭਾਨੀਏ। ਇਹ ਜਾਣ ਲਓ ਕਿ ਧਰਤੀ ਤੱਤ ਦੀਆਂ ਪ੍ਰਕਿਰਤੀਆਂ ਹਨ ਦੋਹਰਾ। ਪੰਜ ਤੱਤ ਕੇ ਕੋਟ ਮੈਂ। ਇਹ ਜਿਹੜੀਆਂ ਹਨ ਪੰਜ ਤੱਤ ਕੇ ਕੋਟ ਮੈਂ। ਹੈ ਪੈਰਸ ਹੈ ਪ੍ਰਕਿਰਤ।
ਪੈਰਸ ਜਾਂ ਰਹਿ ਰਹੀਆਂ ਨੇ ਜਿਹੜੀਆਂ। ਮਹਾਰਾਜ ਕਹਿੰਦੇ ਭਾਈ ਸਿੱਧੋ, ਇਹ ਜਿਹੜਾ 5 ਤੱਤਾਂ ਦਾ ਕਿਲਾ ਹੈ ਨਾ, ਇਹਦੇ ਵਿੱਚ ਪੈਰਸ ਭਾਵ ਪੈ ਰਹੀਆਂ ਹਨ। ਇਹਦੇ ਵਿੱਚ ਇਸ ਸਰੀਰ ਰੂਪੀ ਕਿਲੇ ਵਿੱਚ ਇਹ ਪ੍ਰਕਿਰਤੀਆਂ ਹਨ। ਇਹਨੂੰ 25 ਵੀ ਇੱਥੇ ਲਿਖਿਆ ਪੈਰਸ ਦੀ ਜਗ੍ਹਾ ਤੇ, ਵੈਸੇ ਸ਼ੁੱਧ ਸ਼ਬਦ ਹੈ 25। ਇਹ 25 ਪ੍ਰਕਿਰਤੀਆਂ ਇਸ 5 ਤੱਤਾਂ ਦੇ ਕਿਲੇ ਰੂਪ ਸਰੀਰ ਵਿੱਚ ਹਨ। ਜਿਉ ਬਸੇਰਾ ਤਹਿ ਕਯੋ ਸੁਨ ਗੋਰਖ ਕੀ ਮਿੱਤ। ਪਰ ਤੁਸੀਂ ਮਹਾਰਾਜ ਕਹਿੰਦੇ ਅਗਲੀ ਗੱਲ ਨਹੀਂ ਪੁੱਛੀ, ਤੁਸੀਂ ਤਾਂ ਸਰੀਰ ਤੱਕ ਖੜੇ ਸੀ, ਸਰੀਰ ਦੀਆਂ ਗੱਲਾਂ ਦੱਸਤੀਆਂ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਜੋਗੀਓ ਜਿਉ ਬਸੇਰਾ ਤਹਿ ਕਯੋ, ਇਸ ਸਰੀਰ ਦੇ ਵਿੱਚ ਜੀਵ ਆਤਮਾ ਦਾ ਵੀ ਬਸੇਰਾ ਕੀਤਾ ਹੋਇਆ ਹੈ। ਸੁਣ ਗੋਰਖ ਕੀ ਮਿੱਤ ਹੈ, ਗੋਰਖ ਤੂੰ ਉਸ ਬਾਰੇ ਵੀ ਸੁਣ, ਉਹਦੇ ਬਾਰੇ ਵੀ ਗੱਲ ਕਰਨਾ। ਸਰੀਰ ਦੀਆਂ ਕਿਰਿਆਵਾਂ 'ਚ ਹੀ ਉਲਝੇ ਰਹੋਗੇ ਤੁਸੀਂ, ਐਸੇ ਨੂੰ ਯੋਗ ਮੰਨ ਲਿਆ, ਗਿਆਨ ਮੰਨ ਲਿਆ, ਪਰ ਨਹੀਂ, ਇਹ ਤਾਂ ਨਾਸ਼ਵੰਤ ਹੈ ਬਾਕੀ ਸਾਰਾ ਕੁਝ। ਲੇਕਿਨ ਜਿਹੜਾ ਆਤਮਾ ਹੈ ਉਹ ਪਰਮੇਸ਼ਰ ਸਰੂਪ ਹੈ। ਜਿਉ ਬਸੇਰਾ ਤਹਿ ਕਯੋ, ਇਸ ਫਿਰ ਸਰੀਰ ਵਿੱਚ ਜੀਵ ਆਤਮਾ ਦਾ ਵੀ ਬਸੇਰਾ ਕੀਤਾ ਹੈ। ਗੋਰਖ ਇਸ ਗੱਲ ਨੂੰ ਸੁਣ ਲੈ। ਚੌਪਈ ਹੁਣ ਅੱਗੇ ਸੰਤ ਰੇਣ ਜੀ ਫਿਰ ਇਤਿਹਾਸ ਪੱਖ, ਇੱਥੇ ਤੱਕ ਤੇ ਬਹੁਤ ਡੂੰਘਾਈ ਦੀ ਬਾਤ ਉਹਨਾਂ ਨੇ। ਦੇਖੋ ਜਦੋਂ ਕਥਾ ਸੁਣਦੇ ਆ ਨਾ, ਕਿੰਨੀਆਂ ਡੂੰਘੀਆਂ ਗੱਲਾਂ ਕਥਾ ਵਿੱਚ ਆ ਜਾਂਦੀਆਂ ਨੇ, ਬਹੁਤ ਵਿਦਵਤਾ ਦੀਆਂ। ਤੇ ਜਿਨ੍ਹਾਂ ਦੇਖੋ ਲਿਖੀਆਂ, ਕਿੰਨੀ ਉਹਨਾਂ ਤੇ ਕਿਰਪਾ ਹੋਊ ਮਹਾਰਾਜ ਦੀ, ਕਿੰਨੀ ਵਿਦਵਤਾ ਜਿਹੜੀ ਹੈ। ਉਹ ਸਮਾਜ ਜਿਵੇਂ ਆਪਾਂ ਕਹਿੰਦੇ ਬਹੁਤ ਦੁਨੀਆ ਪੜ੍ਹ ਗਈ। ਅੱਜ ਕੱਲ ਦੇ ਤਾਂ ਵਿਦਵਾਨਾਂ ਨੂੰ ਵੀ ਔੜਦੀਆਂ ਹੀ ਨਹੀਂ ਆਹ ਗੱਲਾਂ ਜਿਹੜੀਆਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਉਹਨਾਂ ਵਿਦਵਾਨਾਂ ਨੂੰ, ਜਿਹੜੇ ਕਿਸੇ ਕਾਲਜਾਂ ਸਕੂਲਾਂ ਵਿੱਚ ਨਹੀਂ ਸੀ ਪੜ੍ਹੇ, ਸਿਰਫ ਉਸਤਾਦਾਂ ਕੋਲੇ ਜਾ ਕੇ ਧਰਮ ਵਿਦਿਆ ਸਿੱਖ ਲਈ, ਤੇ ਰੱਬ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੁੰਦਾ ਹੈ। ਚੌਪਈ ਅੱਗੇ ਹੁਣ ਦੱਸਦੇ ਹਨ। ਏਮ ਸੁਨ ਸਿੱਧ ਭਏ ਸੋ ਪ੍ਰਸੰਨ ਹੈ। ਇਹ ਹੁਣ ਸੁਣ ਕਰਕੇ ਜਿੰਨੇ ਵੀ ਸਿੱਧ ਹਨ ਉਹ ਬਹੁਤ ਪ੍ਰਸੰਨ ਹੋਏ। ਸ੍ਰੀ ਨਾਨਕ ਤੁਮ ਰੂਪ ਸੋ ਧੰਨ ਹੈ। ਕਹਿੰਦੇ ਹੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਤੁਸੀਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਹੀ ਰੂਪ ਹੋ, ਤੁਸੀਂ ਧੰਨ ਹੋ। ਉਚਤ ਜਾਨ ਤੁਮ ਕੋ ਦਈ ਗਾਦੀ, ਤੁਹਾਨੂੰ ਬਹੁਤ ਉਚਿਤ ਜਾਣ ਕੇ, ਠੀਕ ਜਾਣ ਕੇ ਮਹਾਰਾਜ ਨੇ ਅੱਗੇ ਤੁਹਾਨੂੰ ਗੁਰਤਾ ਗੱਦੀ ਬਖਸ਼ੀ ਹੈ। ਸਿੱਖ ਉਦਾਰੋ ਕਰ ਅਹਿਲਾਦੀ, ਮਹਾਰਾਜ ਕਿਰਪਾ ਕਰੋ ਆਪਣੇ ਸਭ ਸਿੱਖਾਂ ਨੂੰ ਇਸ ਤਰ੍ਹਾਂ ਤੁਸੀਂ ਪ੍ਰਸੰਨਤਾ ਸਹਿਤ ਕਰੋ, ਸਿੱਖਾਂ ਦਾ ਉਧਾਰ ਕਰੋ ਜੀ। ਕਰ ਆਦੇਸ਼ ਆਦੇਸ਼ ਚੱਲੇ ਹੈ। ਤਾਂ ਹੁਣ ਜਿਹੜੇ ਸਿੱਧ ਹੈ ਉਹ ਆਦੇਸ਼ ਕਰਦੇ ਫਿਰ ਮਹਾਰਾਜ ਤੋਂ ਆਗਿਆ ਲੈ ਕੇ ਤੁਰ ਪਏ ਹਨ। ਉੱਤਰ ਲੈ ਕਰ ਕਹਿਤ ਭਲੇ ਹੈ, ਤਿਉ ਮਹਾਰਾਜ ਤੋਂ ਉੱਤਰ ਲੈ ਕਰਕੇ ਕਹਿੰਦੇ ਵੀ ਬਹੁਤ ਚੰਗੇ ਹਨ। ਸ੍ਰੀ ਨਾਨਕ ਕਲ ਯੁਗ ਮਹਿ ਭਾਰੇ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਕਲਯੁਗ ਦੇ ਸਮੇਂ ਵਿੱਚ ਬਹੁਤ ਹੀ ਵੱਡੇ ਧਰ ਅਵਤਾਰ ਅਧਕ ਨਰ ਤਾਰੇ, ਜਿਨ੍ਹਾਂ ਨੇ ਅਵਤਾਰ ਧਾਰ ਕੇ ਬੇਅੰਤ ਜੀਵਾਂ ਨੂੰ ਤਾਰਿਆ ਹੈ। ਮਾਰਗ ਸਕਲ ਸਰਾਹਤ ਗਏ, ਜਿੰਨੇ ਵੀ ਫਿਰ ਸਿੱਧ ਨੇ ਉਹ ਜਾਂਦੇ ਜਾਂਦੇ ਸਾਰੇ ਰਸਤੇ ਗੁਰੂ ਮਹਾਰਾਜ ਜੀ ਨੂੰ ਸਲਾਉਂਦੇ ਹੀ ਗਏ ਹਨ। ਗੈਰ ਸੁਮੇਰ ਪਰ ਪਹੁੰਚਤ ਭਏ, ਇਉਂ ਫਿਰ ਭਾਈ ਸੁਮੇਰ ਪਰਬਤ ਪਰ ਪਹੁੰਚ ਗਏ। ਇਸ ਪ੍ਰਕਾਰ ਕੁਛ ਦਿਵਸ ਬਿਤਾਏ, ਇਸ ਤਰ੍ਹਾਂ ਕੁਝ ਕੁ ਦਿਨ ਜਿਹੜੇ ਆ ਉਹ ਬਤੀਤ ਹੋਏ ਹਨ। ਦਿਨ ਪ੍ਰਤ ਬਿਦ ਤਹਿ ਜਗ ਅਧਕਾਏ, ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਸਤਿਗੁਰੂ ਜੀ ਹੁਣ ਪ੍ਰਗਟ ਹੋ ਰਹੇ ਨੇ ਜਗਤ ਵਿੱਚ। ਸੰਗਤ ਨਿਤ ਆਏ ਗੁਰ ਪਾਸਾ, ਗੁਰੂ ਸਾਹਿਬ ਦੇ ਕੋਲੇ ਹਮੇਸ਼ਾ ਬਹੁਤ ਸੰਗਤ ਆਉਂਦੀ ਹੈ।
ਦਰਸ਼ਨ ਕਰ ਮਨ ਧਰੈ ਹੁਲਾਸਾ। ਔਰ ਦਰਸ਼ਨ ਕਰਕੇ ਮਨ ਦੇ ਵਿੱਚ ਹੁਲਾਸ ਉਤਸ਼ਾਹ ਖੁਸ਼ੀ ਧਾਰਦੇ ਹਨ। ਪੁਨ ਕਰਤਾਰ ਪੁਰੇ ਚੱਲ ਜਾਵਹਿ। ਇਥੋਂ ਫਿਰ ਸੰਗਤਾਂ ਕਰਤਾਰਪੁਰ ਸਾਹਿਬ ਵੀ ਜਾਂਦੀਆਂ ਚੱਲ ਕੇ। ਦਰਸਹਿ ਗੁਰ ਸੁਤ ਪ੍ਰੇਮ ਬਢਾਵਹਿ। ਉੱਥੇ ਸਤਿਗੁਰੂ ਜੀ ਦੇ ਪੁੱਤਰਾਂ ਦੇ ਵੀ ਦਰਸ਼ਨ ਕਰਦੇ ਪ੍ਰੇਮ ਵਧਾਉਂਦੇ ਹਨ। ਇੱਕ ਦਿਨ ਬਾਲੇ ਬੇਨਤੀ ਟੇਰੀ। ਇੱਕ ਦਿਨ ਭਾਈ ਬਾਲਾ ਸੰਧੂ ਜੀ ਨੇ ਸਤਿਗੁਰੂ ਕੋਲ ਬੇਨਤੀ ਕੀਤੀ, ਹੇ ਗੁਰ ਬੈ ਅਬ ਭਈ ਬਡੇਰੀ। ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਬੈ ਦਾ ਅਰਥ ਹੈ ਉਮਰ। ਹੁਣ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ। ਇਹੋ ਅਬ ਛੁੱਟੇ ਬਚਨ ਨਿਜ ਕਰੀਏ। ਤੁਸੀਂ ਮਹਾਰਾਜ ਕਿਰਪਾ ਕਰੋ, ਆਪਣਾ ਬਚਨ ਕਰ ਦਿਓ ਕਿ ਹੁਣ ਇਹ ਦੇਹੀ ਤੋਂ ਛੁਟਕਾਰਾ ਹੋ ਜਾਵੇ। ਜਗ ਸਾਗਰ ਤੇ ਮੋਹੇ ਉਤਰੀਏ। ਇਹ ਜਗਤ ਸਮੁੰਦਰ ਸਾਗਰ ਤੋਂ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਤਾਰ ਦਈਏ। ਇਸ ਤਰ੍ਹਾਂ ਦੇ ਵੀ ਪ੍ਰਸ਼ਨ ਆਉਂਦੇ ਆ ਕਿ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਜੋ ਮਨ ਵਿੱਚ ਕੋਈ ਸ਼ੰਕਾ ਹੁੰਦਾ ਨਿਵਰਤ ਕਰਨ ਵਾਸਤੇ ਭਾਈ ਬਾਲਾ ਜੀ ਨੇ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਗੁਰੂ ਅੰਗਦ ਦੇਵ ਜੀ ਵੀ ਇੱਕ ਸ਼ੰਕਾ ਉੱਠਦਾ ਹੈ ਮਨ ਵਿੱਚ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਸੇਵਾ ਬਹੁਤ ਕੀਤੀ ਅਸੀਂ ਵੀ, ਮਹਾਰਾਜ ਦੇ ਨਾਲ ਰਹੇ ਤੇ ਗੁਰਤਾ ਗੱਦੀ ਜੋ ਹੈ ਉਹ ਤੁਹਾਨੂੰ ਪ੍ਰਾਪਤ ਹੋਈ। ਵੀ ਮਹਾਰਾਜ ਇਸ ਦੇ ਵਿੱਚ ਭੇਦ ਕੀ ਹੈ, ਕਿਰਪਾ ਕਰਕੇ ਦੱਸੋ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਕਿ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕੀ ਰੂਪ ਜਾਣ ਕੇ ਸੇਵਾ ਕਰਦੇ ਰਹੇ। ਕਹਿੰਦੇ ਜੀ ਅਸੀਂ ਇਹ ਜਾਣ ਕੇ ਸੇਵਾ ਕੀਤੀ ਵੀ ਨਿਰੰਕਾਰ ਨੇ ਇੱਕ ਅਵਤਾਰ ਸਰੂਪ ਭੇਜੇ, ਪੂਰਨ ਬ੍ਰਹਮ ਗਿਆਨ ਦਾ ਸਰੂਪ ਹੈ। ਮਹਾਰਾਜ ਕਹਿੰਦੇ ਫਿਰ ਦੇਖੋ ਤੁਹਾਨੂੰ ਪੂਰਨ ਬ੍ਰਹਮ ਗਿਆਨੀ ਬਣਾਤਾ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਸਤਿਗੁਰਾਂ ਨੇ, ਹੇ ਭਾਈ ਬਾਲਾ, ਅਸੀਂ ਨਿਰੰਕਾਰ ਜਾਣ ਕੇ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਉਹਦੀ ਉਪਾਸਨਾ ਉਹਨਾਂ ਦੀ ਕੀਤੀ, ਸੇਵਾ ਕੀਤੀ ਤੇ ਸਾਨੂੰ ਉਹਨਾਂ ਨੇ ਨਿਰੰਕਾਰ ਰੂਪ ਬਣਾਤਾ। ਭੇਦ ਕੋਈ ਨਹੀਂ ਹੈ। ਜਿਹੜਾ ਬ੍ਰਹਮ ਗਿਆਨੀ ਹੈ ਉਹ ਵੀ ਅਭੇਦ ਹੈ, ਪਰ ਉਹ ਉਵੇਂ ਹੈ ਜਿਵੇਂ ਇੱਕ ਪਾਣੀ ਦੇ ਉੱਤੇ ਤਰੰਗ ਹੈ। ਜਦੋਂ ਹੁਣ ਇਹ ਸਰੀਰ ਦਾ ਭਾਂਡਾ ਟੁੱਟ ਗਿਆ ਫਿਰ ਇਹ ਅਭੇਦ ਹੋ ਜਾਣਾ, ਫਿਰ ਉਸੇ ਦਾ ਹੀ ਰੂਪ ਹੋ ਜਾਣਾ। ਅਜੇ ਇਹ ਇਉਂ ਹੈ ਜਿਵੇਂ ਇੱਕ ਪਾਣੀ ਤੇ ਤਰੰਗ ਹੈ। ਬ੍ਰਹਮ ਗਿਆਨੀ ਜਿਹੜਾ ਪੁਰਸ਼ ਹੈ ਕੋਈ ਵੀ, ਉਹ ਜਿਹੜਾ ਹੈ ਤਾਂ ਉਹ ਪਰਮੇਸ਼ਰ ਰੂਪੀ ਤਾਕਤ ਬਹੁਤ ਵੱਡੀ ਹੈ, ਪਰ ਉਹਦਾ ਉਨਾ ਟਾਈਮ ਸਰੀਰ ਰੂਪ ਵਿੱਚ ਤਾਂ ਉਹ ਜਲ ਤੇ ਉਪਜ ਤਰੰਗ ਜਿਉਂ ਹੈ। ਤੇ ਜਿੱਦੇ ਸਰੀਰ ਦਾ ਭਾਂਡਾ ਠੀਕਰਾ ਤਿਆਗਤਾ ਭੰਨਤਾ, ਜਲ ਹੀ ਵਿਖੈ ਸਮਾਏ, ਉਸੇ ਰੂਪ ਵਿੱਚ ਹੀ ਸਮਾ ਜਾਂਦਾ ਹੈ। ਇੱਕ ਜੋ ਹੈ ਗੁਰੂ ਮਹਾਰਾਜ ਜੀ, ਇਹ ਗੁਰਮੁਖੋ ਸਰੀਰ ਨਹੀਂ ਹੈ, ਸਿਰਫ ਜਿਹੜਾ ਸੰਸਾਰ ਨੂੰ ਤ੍ਰੈ ਗੁਣਾ ਰੂਪ ਵਿੱਚ ਦਿਖਾ ਰਹੇ ਨੇ, ਪਰ ਉਹ ਨਿਰੰਕਾਰ ਰੂਪ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਭਾਈ ਬਾਲਾ ਜੀ ਮਹਾਰਾਜ ਹੁਣ ਉਮਰ ਵਡੇਰੀ ਹੋ ਗਈ ਹੈ, ਕਿਰਪਾ ਕਰੋ ਮਹਾਰਾਜ, ਆਪ ਇਹ ਛੁੱਟੇ ਬਚਨ ਨਿਜ ਕਰੀਏ। ਹੁਣ ਇਹ ਸਰੀਰ ਛੁੱਟ ਜਾਵੇ, ਤੁਸੀਂ ਆਪਣਾ ਬਚਨ ਕਰੋ, ਜਗ ਸਾਗਰ ਤੇ ਮੋਹ ਉਧਾਰੀਏ। ਆ ਜਗਤ ਰੂਪੀ ਸਮੁੰਦਰ ਤੋਂ ਮੈਨੂੰ ਸਤਿਗੁਰੂ ਜੀ ਤਾਰਨਾ ਕਰੋ। ਸ੍ਰੀ ਅੰਗਦ ਕਹਿ ਗੁਰ ਪਿਆਰੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਹੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਿਆਰੇ ਭਾਈ ਬਾਲਾ, ਸੁਣੀ ਕਥਾ ਤੁਮ ਤੇ ਸੁਖ ਸਾਰੇ। ਅਸੀਂ ਭਾਈ ਬਾਲਾ ਜੀ ਤੁਹਾਡੇ ਕੋਲੋਂ ਸੁੱਖਾਂ ਦੇ ਸਹਿਤ, ਜੋ ਸਾਰੇ ਸੁੱਖਾਂ ਨੂੰ ਦੇਣ ਵਾਲੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਜੀਵਨ ਕਥਾ ਸੁਣੀ ਹੈ। ਜਸ ਵਿਦ ਕਰਨੀ ਤੂੰ ਅਬ ਚਹਿ। ਹੁਣ ਜਿਸ ਤਰ੍ਹਾਂ ਵੀ ਤੁਸੀਂ, ਜਿਸ ਤਰੀਕੇ ਨਾਲ ਵੀ ਜੋ ਕਰਨਾ ਤੁਸੀਂ ਚਾਹੁੰਦੇ ਹੋ ਕਰੋ, ਤਥਾ ਅਨੁਸਾਰੀ ਅਹੈ। ਤੁਸੀਂ ਉਸੇ ਤਰ੍ਹਾਂ ਹੀ ਕਰ ਲਓ, ਅਸੀਂ ਤਾਂ ਉਸੇ ਤਰ੍ਹਾਂ ਤੁਹਾਡੇ ਅਨੁਸਾਰ ਹੀ ਹਾਂ। ਜਿਹੜਾ ਭਾਈ ਗੁਰੂ ਹੈ ਪਰਮੇਸ਼ਰ ਆਪਣੇ ਭਗਤ ਦੇ ਅਨੁਸਾਰੀ ਹੈ।
ਸੁਨ ਬਾਲੇ ਗੁਰ ਪਗ ਕੀਐ ਬੰਦਨ। ਤਾਂ ਇਹ ਸੁਣ ਕੇ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਬਹੁਰ ਧਿਆਨ ਧਰ ਦੋਖ ਨਿਕੰਦਨ। ਫਿਰ ਭਾਈ ਦੁੱਖਾਂ ਦੇ ਕੱਟਣ ਵਾਲੇ ਸਤਿਗੁਰਾਂ ਦਾ ਧਿਆਨ ਧਰਿਆ ਹੈ। ਧਰ ਪੁਨੀਤ ਪਰ ਪੌੜਤ ਭਇਓ। ਤਾਂ ਪਵਿੱਤਰ ਧਰਤੀ ਤੇ ਫਿਰ ਭਾਈ ਬਾਲਾ ਜੀ ਉੱਥੇ ਲੇਟ ਗਏ। ਸ੍ਰੀ ਬੁੱਢੇ ਜਪ ਜੀ ਪਠ ਲਇਓ। ਗੁਰੂ ਅੰਗਦ ਦੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਕਰਤਾ ਤੇ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸ਼ਬਦ ਪਠਿਓ ਤਬ ਦੇਹ ਛੁਟਾਹੀ। ਇਉਂ ਜਪਜੀ ਸਾਹਿਬ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਿਆ ਹੈ ਤਾਂ ਭਾਈ ਬਾਲਾ ਜੀ ਨੇ ਦੇਹ ਜਿਹੜੀ ਹੈ ਉਹ ਛੱਡ ਦਿੱਤੀ। ਗਇਓ ਸਮਾਏ ਜੋਤ ਗੁਰ ਮਾਹੀ। ਤੇ ਗੁਰੂ ਮਹਾਰਾਜ ਦੀ ਜੋਤ ਵਿੱਚ ਹੀ ਗੁਰੂ ਜੀ ਅਭੇਦ ਹੋ ਗਏ, ਸਮਾ ਗਏ। ਸ੍ਰੀ ਅੰਗਦ ਅੰਮ੍ਰਿਤ ਕਿਰਿਆ ਕਰਾਈ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਬਾਅਦ ਵਿੱਚ ਜਿਹੜੀ ਮ੍ਰਿਤੂ ਕਿਰਿਆ ਸੰਸਕਾਰ ਹੁੰਦੇ ਆ ਉਹ ਸਾਰੇ ਗੁਰਮਰਜ਼ਾਦਾ ਅਨੁਸਾਰ ਕਰਾਏ ਹਨ। ਦੇਹੋਰੀ ਤਪਿਆਣੇ ਬਣਵਾਈ। ਉਹ ਤਪਿਆਣਾ ਸਾਹਿਬ ਫਿਰ ਮਹਾਰਾਜ ਨੇ ਦਿਉਰਾ ਬਣਵਾਇਆ ਹੈ ਤੇ ਭਾਈ ਬਾਲਾ ਜੀ ਦਾ ਸਥਾਨ ਬਣਾਇਆ। ਤੇ ਜੋ ਅੱਜ ਵੀ ਅੱਗੇ ਆਪਾਂ ਗੱਲ ਕੀਤੀ ਹੈ ਛੋਟੇ ਜਿਹੇ ਥੜੇ ਰੂਪ ਵਿੱਚ ਹੈ। ਕਈ ਬਦਕਿਸਮਤੀ ਜਿਹਨੂੰ ਗੁਰੂ ਸਾਹਿਬ ਨੇ ਆਪਣੇ ਹੱਥੀ ਸੰਸਕਾਰ ਕਰਕੇ ਆਪ ਉਸ ਸਮੇਂ ਦਿਉਰਾ ਬਣਾਇਆ ਤੇ ਅਸੀਂ ਉਸ ਦਿਉਰੇ ਨੂੰ ਚੰਗਾ ਰੂਪ ਦੇ ਕੇ ਅੱਜ ਸਾਡੀ ਵੱਡੀਆਂ ਸੰਸਥਾਵਾਂ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰ ਸਕੀਆਂ। ਸਿਰਫ 4 ਫੁੱਲ ਰੱਖ ਕੇ ਥੜੇ ਤੇ ਸਾਰ ਦਿੰਦੇ ਆ। ਉਹ ਭਾਈ ਤਪਿਆਣਾ ਸਾਹਿਬ ਸਥਾਨ ਮਹਾਰਾਜ ਨੇ ਆਪ ਬਣਾਇਆ। ਭਾਈ ਬਾਲਾ ਜੀ ਦਾ ਸਥਾਨ ਆਪਣੇ ਨਾਲ ਹੀ ਭਾਵ ਦੇਖੋ ਬਿਠਾ ਲਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ ਦੂਜੇ ਮਹੱਲੇ ਭਾਵ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਪ੍ਰਸੰਗ, ਗੁਰ ਨਿਤ ਆਚਰਨ ਔਰ ਸਿੱਧਨ ਚਰਚਾ ਪ੍ਰਸੰਗ ਵਰਣਨ ਕਿ ਗੁਰੂ ਸਾਹਿਬ ਦਾ ਇਸ ਦੂਜੇ ਘਰ ਦੇ ਪ੍ਰਸੰਗ ਵਿੱਚ ਜੋ ਨਿਤ ਦਾ ਆਚਰਣ ਔਰ ਸਿੱਧਾਂ ਨਾਲ ਚਰਚਾ ਪ੍ਰਸੰਗ ਉਹ ਵਰਣਨ ਕੀਤਾ ਹੈ। ਨਾਮ ਦੁਤੀਓ ਮੰਦਰ ਹੈ। ਇਸ ਪ੍ਰਸੰਗ ਦਾ ਨਾਮ ਦੂਜਾ ਘਰ ਹੈ ਭਾਵ ਦੂਜੇ ਘਰ ਦੇ ਇਹ ਪ੍ਰਸੰਗ ਹਨ। ਬਾਕੀ ਕਥਾ ਕੱਲ ਆਪਾਂ ਅੱਗੇ ਸਰਵਣ ਕਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।